अच्छा जी, ये बहुत मशहूर काफ़ी है बुल्ले शाह की। और मेरा ख्याल है कि पॉसिबल है तुम सुनी नहीं होवे। बुल्ला की जाना मैं कौन, बुल्ला की जाना मैं कौन, ना मैं मोमन विच मुसीबतां, ना मैं विच कुफर दियां रीतां, ना मैं पाकां विच पलीतां, ना मैं मूसा ना फरौन, बुल्ला की जाना मैं कौन। अच्छा, ये जी पूरी काफी है ना, ये पूरी काफी जी है वो इस थीम के उत्ते है कि ਜਿਹੜਾ ਬੰਦਾ ਹੈ ਜਾਂ ਜਿਹੜਾ ਬੁੱਲਾ ਹੈ ਉਹਨੂੰ ਕਿਸੇ ਇੱਕ ਕੈਟੇਗਰੀ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਮਤਲਬ ਦੇਖੋ ਨਾ, ਜਿਹੜੀ ਆਮ ਚਲਤ ਗੱਲ ਹੈ ਉਹ ਹੈ ਕਿ ਜਾਂ ਤੇ ਮੂਮਨ ਹੋਏਗਾ ਤੇ ਜਾਂ ਕਾਫਰ ਹੋਏਗਾ, ਜਾਂ ਪੈਗਨ ਹੋਏਗਾ ਤੇ ਜਾਂ ਥੀਇਸਟ ਹੋਏਗਾ। ਇੱਥੇ ਬੁੱਲੇ ਸ਼ਾਹ ਹੋਰੀ ਕਹਿ ਰਹੇ ਨੇ ਨਾ ਮੈਂ ਮੂਮਨ ਵਿੱਚ ਮੁਸੀਬਤਾਂ, ਮੈਂ ਉਹ ਮੂਮਨ ਵੀ ਨਹੀਂ ਹੈਗਾ ਜਿਹੜਾ ਮੁਸੀਬਤਾਂ ਵਿੱਚ ਜਾਂਦਾ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਤੇ ਮੈਂ ਜਿਹੜਾ ਕੁਫਰ ਹੈ ਯਾਨੀ ਖੁਦਾ ਦਾ ਇਨਕਾਰ ਉਹ ਵੀ ਨਹੀਂ ਕਰਨ ਵਾਲਾ, ਨਾ ਮੈਂ ਮੰਨਣ ਵਾਲਾ ਨਾ ਮੈਂ ਨਾ ਮੰਨਣ ਵਾਲਾ, ਨਾ ਮੈਂ ਪਾਕਾਂ ਵਿੱਚ ਪਲੀਤਾਂ। ਪਾਕ ਦਾ ਮਤਲਬ ਹੁੰਦਾ ਹੈ ਪਿਓਰ, ਤੇ ਪਲੀਤ ਦਾ ਮਤਲਬ ਹੁੰਦਾ ਹੈ ਪਲੂਟਡ। ਨਾ ਮੈਂ ਯਾਨੀ ਨਾ ਮੈਂ ਸਾਫ ਹੈ, ਪਿਓਰ ਹੈ, ਤੇ ਨਾ ਹੀ ਮੈਂ ਪਲੂਟਡ ਹੈ। ਨਾ ਮੈਂ ਮੂਸਾ ਨਾ ਫਰੌਨ। ਮੂਸਾ ਤੇ ਤੁਹਾਨੂੰ ਫਰੌਨ ਦੀ ਪਤਾ ਹੈਗਾ ਉਹਦੇ ਦਰਮਿਆਨ ਕੀ ਹੋਇਆ ਸੀ, ਮੋਜ਼ਸ ਤੇ ਫੈਰੋ ਦੇ ਦਰਮਿਆਨ। ਹਾਂਜੀ, ਜਿਹੜਾ ਫੈਰੋ ਹੈ ਉਹ ਐਕਸਟ੍ਰੀਮ ਜਿਹੜਾ ਜ਼ੁਲਮ ਦੀ ਸੀ, ਤੇ ਮੂਸਾ ਜਿਹੜਾ ਹੈ ਉਹ ਉਹਨੇ ਉਹਦਾ ਤੋੜ ਕੀਤਾ ਸੀ, ਉਹਦੇ ਨਾਲ ਟਕਰਾਇਆ ਸੀ, ਯਾਨੀ ਉਹਦਾ ਐਂਟੀਥੀਸਿਸ ਸੀ। ਤੇ ਉਹ ਮੈਂ ਤੁਹਾਨੂੰ ਉਹਦੀ ਕਹਾਣੀ ਵੀ ਸੁਣਾ ਦਿਆਂ ਕਿ ਮਨਸੂਰ ਹਲਾਜ ਜਿਹੜਾ ਹੈ ਉਹਨੂੰ ਫਾਂਸੀ ਦਿੱਤੀ ਗਈ ਸੀ, ਤੇ ਜਦੋਂ ਉਹਨੂੰ ਫਾਂਸੀ ਦਿੱਤੀ ਜਾ ਰਹੀ ਸੀ ਤੇ ਉਹਨੂੰ ਉਹਨਾਂ ਨੇ ਝੂਠਾ ਕਰਨ ਲਈ, ਸਿਰਫ ਝੂਠਾ ਕਰਨ ਲਈ ਉਹਨਾਂ ਨੇ ਕਿਹਾ ਕਿ ਤੂੰ ਇਹ ਦੱਸ ਕਿ ਮੂਸਾ ਠੀਕ ਸੀ ਜਾਂ ਫਿਰੌਨ ਠੀਕ ਸੀ। ਤੇ ਉਹਨੇ ਮਨਸੂਰ ਇਲਾਜ ਨੇ ਕਿਹਾ ਦੋਵੇਂ ਠੀਕ ਸਨ, ਦੋਨਾਂ ਦੇ ਜ਼ਿੰਮੇ ਜੋ ਜੋ ਕੰਮ ਲੱਗੇ ਸਨ ਉਹ ਕਰ ਰਹੇ। ਤੇ ਇਹੋ ਹੀ ਗੱਲ ਇੱਥੇ ਜਿਹੜਾ ਹੈ ਉਹ ਬੁੱਲੇ ਸ਼ਾਹ ਕਹਿ ਰਿਹਾ, ਨਾ ਮੈਂ ਮੂਸਾ ਨਾ ਫਿਰੌਨ, ਨਾ ਮੈਂ ਮਤਲਬ ਕੋਈ ਐਕਸਟ੍ਰੀਮ ਐਕਸਟ੍ਰੀਮ ਗੁੱਡ ਹੈ ਤੇ ਨਾ ਮੈਂ ਐਕਸਟ੍ਰੀਮ ਈਵਲ ਹੈ। ਅੱਗੇ ਚਲੋ ਜੀ ਅਮਰਜੀਤ ਜੀ, अमर जी अगे चलो, अगले पे चलो। हाँ जी, ये हूँ आ गया जी, ना विच शादी ना गमनाकी, ना मैं विच पलीती पाकी, ना मैं आबी ना मैं खाकी, ना मैं आतिश ना मैं पाऊँ। यानी कह रहे हैं कि ना विच शादी, मैं खुशियां खुशियां मनाने वाले में भी नहीं है, ना मैं गमनाकी, ते मैं वो भी नहीं जो हर वे काम करते रहते हैं, ना मैं विच पलीती पाकी, मैं पलीत वो जो पहले आया ਸੀ ਪੋਲੂਟਡ, ਤੇ ਪਾਕੀ ਉਹ ਜਿਹੜਾ ਪਿਓਰ ਹੈ, ਮੈਂ ਉਹਨਾਂ ਕੈਟੇਗਰੀ ਵਿੱਚ ਵੀ ਨਹੀਂ ਹੁੰਦਾ। ਨਾ ਮੈਂ ਆਬੀ ਨਾ ਮੈਂ ਖਾਕੀ। ਆਬੀ ਦਾ ਮਤਲਬ ਹੁੰਦਾ ਪਾਣੀ ਤੋਂ ਬਣਿਆ, ਤੇ ਖਾਕੀ ਦਾ ਮਤਲਬ ਹੈ ਮਿੱਟੀ ਤੋਂ ਬਣਿਆ। ਨਾ ਹੀ ਮੈਂ ਪਾਣੀ ਤੋਂ ਬਣਿਆ ਤੇ ਨਾ ਹੀ ਮੈਂ ਮਿੱਟੀ ਤੋਂ ਬਣਿਆ, ਨਾ ਮੈਂ ਆਤਿਸ਼ ਨਾ ਮੈਂ ਅੱਗ ਤੋਂ ਬਣਿਆ, ਨਾ ਮੈਂ ਪੌਣ ਨਾ ਹੀ ਹਵਾ ਤੋਂ ਬਣਿਆ। ਇਹ ਮਤਲਬ ਚਾਰ ਜਿਹੜੇ ਐਲੀਮੈਂਟਸ ਨੇ ਇਹਨਾਂ ਨੂੰ ਕਿਹਾ ਜਾਂਦਾ ਨਾ ਕਿ ਇਹਨਾਂ ਦੇ ਤਾਲਮੇਲ ਦੇ ਨਾਲ ਜਿਹੜਾ ਹੈ ਉਹ ਬੰਦਾ ਬਣਿਆ ਹੈ। ਤੇ ਉਹ ਕਹਿ ਰਹੇ ਨੇ ਮੈਂ ਇਹਨਾਂ ਚਾਰਾਂ ਦੇ ਵਿੱਚੋਂ ਹੀ ਕਿਸੇ 'ਚ ਨਹੀਂ ਹੈ, ਮੈਂ ਇਹਨਾਂ ਤੋਂ ਟ੍ਰਾਂਸੈਂਡਡ ਆ। ਅੱਗੇ ਚਲੋ ਜੀ, ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ, ਨਾ ਹਿੰਦੂ ਨਾ ਤੁਰਕ ਪਿਸ਼ੌਰੀ, ਨਾ ਮੈਂ ਰਹਿੰਦਾ ਵਿੱਚ ਨੂੰ ਦੋ। ਨਾ ਤੇ ਮੈਂ ਅਰਬੀ ਹਾਂ ਤੇ ਨਾ ਹੀ ਮੈਂ ਕੋਈ ਲਾਹੌਰੀ ਹਾਂ, ਨਾ ਮੈਂ ਹਿੰਦੁਸਤਾਨ ਦੇ ਸ਼ਹਿਰ ਨਗੌਰ ਵਿੱਚ ਰਹਿਣਾ, ਨਾ ਹਿੰਦੂ ਨਾ ਤੁਰਕ ਪਿਸ਼ੌਰੀ,
ਇਹ ਜਿਹੜੇ ਆਪਣਾ ਜਿਹੜੇ ਇਹ ਮੁਗਲ ਜਿਹੜੇ ਆਏ ਨਾ, ਮੁਗਲਾਂ ਤੋਂ ਪਹਿਲੇ ਵੀ ਜਿਹੜੇ ਮੁਸਲਮਾਨ ਆਏ, ਉਹਨਾਂ ਸਾਰਿਆਂ ਨੂੰ ਹਿੰਦੁਸਤਾਨ ਦੇ ਵਿੱਚ ਤੁਰਕ ਕਹਿੰਦੇ ਸੀ। ਉਹਨਾਂ ਦਾ ਇੱਕ ਇੱਕ ਜਨੈਰਿਕ ਨਾਂ ਸੀਗਾ ਤੁਰਕ। ਤੇ ਨਾ ਮੈਂ ਪਿਸ਼ੌਰ ਦਾ ਤੁਰਕ ਹਾਂ, ਨਾ ਮੈਂ ਰਹਿੰਦਾ ਵਿੱਚ ਨਦੌਣ ਤੇ ਹਿੰਦੁਸਤਾਨ ਦਾ, ਤੁਹਾਨੂੰ ਪਤਾ ਹੈ ਸ਼ਹਿਰ ਹੈ ਜਿਹੜਾ ਬੜਾ ਵੱਡਾ ਮੰਨਿਆ ਜਾਂਦਾ ਹੈ, ਨਾ ਮੈਂ ਉੱਥੋਂ ਦਾ। ਬੁੱਲਿਆ ਕੀ ਜਾਣਾ ਮੈਂ ਤੋਂ। ਚਲੋ ਜੀ ਅੱਗੇ ਚਲੋ। ਨਾ ਮੈਂ ਭੇਦ ਮਜ਼ਹਬ, ਨਾ ਮੈਂ ਭੇਦ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ, ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿੱਚ ਬੈਠਣ ਨਾ ਵਿੱਚ ਭਾਉਣ, ਨਾ ਮੈਂ ਭੇਦ ਮਜ਼ਹਬ ਦਾ। ਇਹ ਜਿਹੜੀ ਮਜ਼ਹਬਾਂ ਦੇ ਥਰੂ ਜੋ ਕੁਝ ਦੱਸਿਆ ਜਾ ਰਿਹਾ ਹੈ, ਮੈਨੂੰ ਉਹਦਾ ਭੇਦ ਨਹੀਂ ਅਜੇ ਲੱਗਦਾ, ਮੈਨੂੰ ਨਹੀਂ ਸਮਝ ਆਈ। ਅੱਛਾ, ਨਾ ਮੈਂ ਆਦਮ हवा जाया, मैं एडम और ईव ਦੇ ਵੀਡੀਓ ਵੀ ਪੈਦਾ ਨਹੀਂ ਹੋਇਆ। ਇਹ ਜਿਹੜੀ ਹੈ ਨਾ ਆਦਮ ਔਰ ਈਵ ਦੇ ਵੀਡੀਓ ਪੈਦਾ ਨਾ ਹੋਣ ਦੀ ਜਿਹੜੀ ਮਿੱਥ ਹੈ, ਤੇ ਉਹ ਇਹ ਹੈਗੀ ਹੈ ਕਿ ਆਮ ਤੌਰ ਤੇ ਮਿੱਥ ਇਹ ਹੈ ਨਾ ਕਿ ਜੀ ਸਾਰੀ ਦੁਨੀਆ ਜਿਹੜੀ ਹੈ ਉਹ ਆਦਮ ਔਰ ਈਵ ਤੋਂ ਬਣੀ ਹੈ। ਜਿਹੜੇ ਆਈਡਲਿਸਟ ਮਜ਼ਹਬ ਨੇ ਉਹ ਇੰਜ ਕਹਿੰਦੇ ਨੇ ਨਾ ਜੀ ਐਡਮ ਔਰ ਈਵ ਦੋਵਾਂ ਦੇ, ਔਰ ਐਡਮ ਨੇ ਗਲਤੀ ਕੀਤੀ ਸੀ ਤੇ ਇਸ ਵਾਸਤੇ ਉਹਨੇ ਸੈਕਸ ਕਰ ਲਈ ਸੀ ਤੇ ਇਸ ਵਾਸਤੇ ਉਹਨੂੰ ਜੰਨਤ ਚੋਂ ਕੱਢ ਦਿੱਤਾ ਗਿਆ ਤੇ ਵਗੈਰਾ ਵਗੈਰਾ। ਲੇਕਿਨ ਜਿਹੜੇ ਮਟੀਰੀਅਲ ਨੇ ਜਿਵੇਂ ਬੁੱਲੇ ਸ਼ਾਹ ਵੀ ਹੈ, ਉਹ ਕਹਿੰਦੇ ਨੇ ਕਿ ਇਹ ਅੱਗੇ ਮਿਸਰਾ ਆਏ ਇੱਕ ਹੋਰ ਥਾਂ ਤੇ ਮਿਸਰਾ ਹੈਗਾ ਹੈ ਬੁੱਲੇ ਸ਼ਾਹ ਦਾ ਕਿ ਜੇ ਆਦਮ ਜਿਹੜਾ ਹੈ, ਜੇ ਬਾਕੀ ਬੰਦੇ ਆਦਮ ਦੇ ਪੈਦਾ ਕੀਤੇ ਹੋਏ ਨੇ ਤੇ ਆਦਮ ਨੂੰ ਕਿਹਨੇ ਪੈਦਾ ਕੀਤਾ। ਮਤਲਬ ਇਹ ਹੈ ਕਿ ਜੇ ਇੱਕ ਆਦਮ ਤੇ ਹਵਾ ਨੂੰ ਪਹਿਲੇ ਪੈਦਾ ਕਰਨਾ ਸੀ ਰੱਬ ਨੇ, ਤੇ ਉਹ ਸਾਰੀ ਖਲਕ ਵੀ ਆਪ ਹੀ ਪੈਦਾ ਕਰ ਸਕਦਾ ਸੀ। ਮਤਲਬ ਆਦਮ ਹਵਾ ਤੱਕ ਹੀ ਕਿਉਂ ਰਹਿੰਦਾ। ਇਹਦਾ ਮਤਲਬ ਹੈ ਕਿ ਅਸਲ ਵਿੱਚ ਪ੍ਰੋਸੈਸ ਹੋਰ ਸੀ ਜਿਹਦੇ ਤਹਿਤ ਇਨਸਾਨ ਜੰਮੇ ਔਰ ਪੈਦਾ ਹੋਏ। ਨਾ ਮੈਂ ਆਪਣਾ ਨਾਮ ਦਿਖਾਇਆ, ਤੇ ਮੇਰਾ ਜਦੋਂ ਜੰਮ ਗਿਆ ਤੇ ਜੰਮ ਪਿਆ ਤੇ ਮੈਂ ਆਪਣਾ ਕੋਈ ਨਾਮ ਹੀ ਨਹੀਂ ਰੱਖਿਆ। ਮੈਂ ਬੇਨਾਮ ਹਾਂ, ਨਾ ਵਿੱਚ ਬੈਠਣ ਨਾ ਵਿੱਚ ਭਾਉਣ, ਨਾ ਹੀ ਮੈਂ ਬਹਿਣ ਵਾਲਿਆਂ ਵਿੱਚ ਹੈ। ਮਤਲਬ ਇਹ ਹੈ ਕਿ ਉਹ ਲੋਕ ਜਿਹੜੇ ਇਸ ਜ਼ਿੰਦਗੀ ਨੂੰ ਹੀ ਸਭ ਸਮਝਦੇ ਨੇ, ਇਹ ਉਹਨਾਂ ਵੱਲ ਇਸ਼ਾਰਾ ਹੈ। ਨਾ ਵਿੱਚ ਭਾਉਣ, ਇਹ ਆਵਾਗਮਨ ਵੱਲ ਇਸ਼ਾਰਾ ਹੈ ਜਿਹੜਾ ਹਿੰਦੂ ਮਤ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਬੰਦਾ ਕਿ ਜੀਵਨੀਆਂ ਆਉਂਦਾ ਹੈ ਤੇ ਆਵਾਗਮਨ ਦੇ ਚੱਕਰ ਵਿੱਚ ਰਹਿੰਦਾ ਹੈ, ਤੇ ਉਹਦੀ ਜਿਹੜੀ ਆ ਉਹ ਨਿਗੇਸ਼ਨ ਹੋ ਰਹੀ ਹੈ। ਬੋਲਿਆ ਕੀ ਜਾਣਾ ਮੈਂ। ਚਲੋ ਜੀ ਅੱਗੇ। Avagon means reincarnation? ਹਾਂਜੀ ਹਾਂਜੀ ਹਾਂਜੀ। ਅਵਲ ਆਖਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾ, ਮੈਥੋਂ ਹੋਰ ਨਾ ਕੋਈ ਸਿਆਣਾ, ਬੁੱਲਾ ਸ਼ੌਕ ਖੜਾ ਹੈ ਕੌਣ। ਇਹਨੂੰ ਐਵੇਂ ਪੜਿਆ ਜਾ ਸਕਦਾ, ਬੁੱਲਾ ਸ਼ੌਕ ਕਿਹੜਾ ਹੈ ਕੌਣ। ਅਵਲ ਆਖਰ ਆਪ ਨੂੰ ਜਾਣਾ, ਸੈਂਟਰ ਜਿਹੜਾ ਹੈ ਉਹ ਮੈਂ ਆਪ ਹਾਂ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਤੰਤਰਵਾਦ ਦੇ ਵਿੱਚ ਬੰਦਾ ਆਪਣੇ ਹੀ ਅੰਦਰ ਨੂੰ ਸੈਂਟਰ ਮੰਨਦਾ ਹੈ। ਇਹ ਤੁਸੀਂ ਸੁਲਤਾਨ ਬਾਹੂ ਦੇ ਵਿੱਚ ਵੀ ਦੇਖਿਆ, ਇਹ ਤਨ ਰੱਬ ਸੱਚੇ ਦਾ ਹੁਜਰਾ ਵਿੱਚ ਪਾ ਫਕੀਰਾ ਝਾਕੀ ਹੋਈ, ਨਾ ਕੋਈ ਦੂਜਾ ਹੋਰ ਪਛਾਣ। ਮੇਰੇ ਤੋਂ ਇਲਾਵਾ ਕੋਈ ਦੂਜਾ ਨਹੀਂ ਹੈ। ਤੇ ਦੂਜੇ ਦਾ ਮਤਲਬ ਹੈ ਕੋਈ ਬਾਹਰੋਂ ਮੇਰੇ ਉੱਤੇ ਅਮਲ ਨਹੀਂ ਕਰ ਰਿਹਾ, ਇਹ ਮਤਲਬ ਹੈ। ਕੋਈ ਮੇਰੇ ਉੱਤੇ ਐਕਸਟਰਨਲ ਫੋਰਸ ਨਹੀਂ ਕਰ ਰਹੀ ਜੋ ਇੰਟਰਨਲੀ ਹੋ ਰਿਹਾ। ਮੈਥੋਂ ਹੋਰ ਨਾ ਕੋਈ ਸਿਆਣਾ। ਮੇਰੇ ਮਤਲਬ ਇਹ ਹੈ ਕਿ ਜਿਹੜੀ ਅਕਲ ਵੀ ਹੈ ਮੇਰੀ, ਜੋ ਮੇਰੀ ਪੈਦਾ ਹੋਈ ਹੈ, ਉਹ ਮੇਰੀ ਆਪਣੀ ਹੈ। ਤੇ ਇਹ ਜਿਹੜਾ ਸ਼ੌਹ ਦਾ ਮਤਲਬ ਹੈ ਪੀਰ, ਸ਼ੌਹ ਦਾ ਮਤਲਬ ਹੈ ਮਾਸ਼ੂਕ, ਇਹ ਵੀ ਮੈਂ ਆਪ ਹੀ ਘੜਿਆ, ਨਹੀਂ ਤੇ ਉਹਦੀ ਕੀ, ਉਹਨੇ ਕਿੱਥੇ ਹੋਣਾ ਸੀਗਾ। ਇਹ ਮਤਲਬ ਹੈਗਾ। ਸੋ ਇਹ ਸਾਰੀ ਕਾਫੀ ਦਾ ਜਿਹੜਾ ਨਿਚੋੜ ਹੈ ਉਹ ਇਹ ਹੈ ਕਿ ਜਿਹੜਾ ਬੰਦਾ ਹੈ ਉਹਨੂੰ ਕਿਸੇ ਇੱਕ ਕੈਟੇਗਰੀ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਔਰ ਬੇਸਿਕਲੀ ਜਿਹੜਾ ਬੰਦਾ ਹੈ ਉਹ ਆਪ ਇੱਕ
ਇੱਕ ਸੰਸਾਰੀ ਅਸੂਲਾਂ ਦੇ ਤਹਿਤ ਜਾਂਦਾ ਹੈ ਔਰ ਉਹਦੇ ਤਹਿਤ ਪੈਦਾ ਹੁੰਦਾ ਹੈ ਤੇ ਉਹਦੇ ਤਹਿਤ ਹੀ ਉਹਨੂੰ ਅਕਲ ਆਉਂਦੀ ਹੈ। ਤੇ ਇਹਦੇ ਵਿੱਚ ਉਹਨਾਂ ਨੇ ਜਿਹੜੇ ਮਸ਼ਹੂਰ ਨਜ਼ਰੀਏ ਨੇ ਮੌਤ ਦੇ ਔਰ ਜੀਵਨ ਦੇ, ਉਹ ਸਾਰੇ ਨਿਗੇਟ ਕੀਤੇ ਨੇ। ਮਸਲਨ ਉਹਨਾਂ ਨੇ ਕਿਹਾ ਕਿ ਜੀ ਮੈਂ ਆਦਮ ਤੇ ਹਵਾ ਜਾਇਆ, ਨਾ ਮੈਂ ਆਦਮ ਹਵਾ ਜਾਇਆ, ਮੈਂ ਤਾਂ ਮੈਨੂੰ ਤਾਂ ਨਾ ਆਦਮ ਨੇ ਤੇ ਨਾ ਹਵਾ ਨੇ ਪੈਦਾ ਕੀਤਾ, ਤੇ ਇਹਦਾ ਮਤਲਬ ਮੈਂ ਕਿਸੇ ਹੋਰ ਪ੍ਰੋਸੈਸ ਦੇ ਥਰੂ ਪੈਦਾ ਹੋਇਆ। ਤੇ ਫਿਰ ਬੁੱਢਾ ਸ਼ੌਕ ਖੜਾ ਹੈ ਕੌਣ, ਇਹ ਸਾਰੀ ਜਿਹੜੀ ਹੈ ਕਾਫੀ, ਇਹ ਐਕਚੁਅਲੀ ਜਿਹਨੂੰ ਕਹਿੰਦੇ ਨੇ ਨਾ ਜਿਹੜੀ ਮੈਂ ਤੁਹਾਨੂੰ ਕਹਿੰਦਾ ਹੁੰਦਾ ਅਨਲਰਨ ਕਰਨ ਦੀ, ਅਨਡੂ ਕਰਨ ਦੀ, ਜਿਹੜੇ ਫਾਰਮਲ ਸਟਰਕਚਰ ਨੇ ਸੁਸਾਇਟੀ ਦੇ ਬਣੇ ਹੋਏ, ਉਹਨਾਂ ਫਾਰਮਲ ਸਟਰਕਚਰ ਨੂੰ ਤੋਂ ਉਧਰ ਯਾਨੀ ਟ੍ਰਾਂਸਸੈਂਡ ਕਰਕੇ ਇਨਸਾਨ ਨੇ ਆਪਣਾ ਆਪ ਲੱਭਣਾ ਹੈ, ਔਰ ਉਹ ਉਹਦਾ ਇੱਕ ਯੂਨੀਵਰਸਲ ਲਾ ਹੈ ਜਿਹਦੇ ਤਹਿਤ ਉਹ ਲੱਭ ਸਕਦਾ। ਚਲੋ ਜੀ ਆਪਣਾ ਅੱਗੇ ਕਰੋ ਅਮਰਜੀਤ ਜੀ। ਇਹ ਵਾ नहीं, पीछे जाओ, पीछे जाओ। अच्छा वो तो पीछे इसमें हो गया ना। हाँ इतो बेहद रमजान दसदा नी ढोलन माही, नींद दे ओले वसदा नी ढोलन माही। बेहद रमजान दसदा नी ढोलन माही जड़ा है ਉਹ ਬੜੀਆਂ ਕਈ ਰਮਜ਼ਾਂ ਦੇ ਕਈ ਗੱਲਾਂ ਉਹ ਰਮਜ਼ਾਂ ਦੇ ਨਾਲ ਬੇਹੱਦ ਯਾਨੀ ਅਣਗਿਣਤ ਰਮਜ਼ਾਂ ਰਾਹੀਂ ਆਪਣੇ ਆਪ ਨੂੰ ਦਿਖਾਉਂਦਾ ਹੈ। ਦੇਖੋ ਤੁਸੀਂ ਜਿਹੜਾ ਸੰਸਾਰ ਹੈ ਇਹਦੇ ਵਿੱਚ ਕਿੰਨੀਆਂ ਟ੍ਰਿਲੀਅਨ ਮਖਲੂਕਾਤ ਨੇ, ਚੀਜ਼ਾਂ ਨੇ, ਤੇ ਜਿਨ੍ਹਾਂ ਵਿੱਚ ਉਹ ਆਪਣੇ ਆਪ ਨੂੰ ਉਹ ਯੂਨੀਵਰਸਲ ਲਾ ਆਪਣੇ ਆਪ ਨੂੰ ਜ਼ਾਹਰ ਕਰ ਰਿਹਾ। ਨੀਂਦ ਤੇ ਉਹਲੇ ਵਸਦਾ ਨਹੀਂ। ਇਹ ਨੀਮ ਆਮ ਤੌਰ ਤੇ ਕਿਹਾ ਜਾਂਦਾ ਹੈ ਨੀਮ ਜਿਹਨੀ ਮੁਹੰਮਦ ਦੇ ਨਾਲ, ਯਾਨੀ ਜਿਹੜਾ ਰੱਬ ਹੈ ਉਹ ਮੁਹੰਮਦ ਦੇ ਪਿੱਛੇ ਮੁਹੰਮਦ ਹੀ ਰੱਬ ਜਿਹੜਾ ਹੈ ਉਹ ਸੌਰੀ ਅੱਲਾ ਹੀ ਜਿਹੜਾ ਹੈ ਉਹ ਮੁਹੰਮਦ ਦੇ ਵਿੱਚ ਦਿਸਦਾ ਸੀ। ਇਹ ਜਿਹੜਾ ਫਲਸਫਾ ਹੈ ਇਹ ਬੁਨਿਆਦੀ ਤੌਰ ਤੇ ਇਹ ਇਬਨ ਅਰਬੀ ਇੱਕ ਫਿਲਾਸਫਰ ਹੋਇਆ ਹੈ ਅਰਬੀ ਦਾ, ਉਹ ਸਪੈਨਿਸ਼ ਅਰਬ ਸੀ, ਤੇ ਇਹ ਉਹਦਾ ਫਲਸਫਾ ਸੀ ਕਿ ਜਿਹੜਾ ਮੁਹੰਮਦ ਹੈ ਉਹ ਖੁਦਾ ਦੀ ਇੱਕ ਮੁਕੰਮਲ ਸ਼ਕਲ ਹੈ ਜਿਹੜੀ ਦਿਸ ਰਹੀ ਹੈ। ਤੇ ਇਹ ਜਿਹੜੇ ਹਿੰਦੁਸਤਾਨ ਦੇ ਮੋਸਟਲੀ ਸੂਫੀ ਸਨ ਇਹਨਾਂ ਉੱਤੇ ਉਹਦਾ ਬਹੁਤ ਅਸਰ ਸੀਗਾ, ਮਤਲਬ ਇਬਨ ਅਰਬੀ ਦਾ। ਉਹਦੀਆਂ ਕਿਤਾਬਾਂ ਬਹੁਤ ਮੁਦਰਸਿਆਂ 'ਚ ਪੜ੍ਹੀਆਂ ਜਾਂਦੀਆਂ, ਤੇ ਇਸ ਲਈ ਇਹ ਉਸ ਫਲਸਫੇ ਵਾਲਾ ਇਸ਼ਾਰਾ। ਅੱਗੇ ਚਲੋ ਜੀ। औलिया मंसूर कहावे रम अनाल हक आप बतावे, आप अपने नूं सूली चढ़ावे ते कोल खलो के हसदा नहीं मेरा ढोलन माई, बेहद रमजा दसदा नहीं ढोलन माई। औलिया मंसूर कहावे किते ते ये ਜਿਹੜਾ ਹੈ ਹਸਤੀ ਹੈ ਇਹ ਕਿਤੇ ਤੇ ਆਪਣੇ ਆਪ ਨੂੰ ਵਲੀ ਅੱਲਾ ਦਾ ਪਹੁੰਚਿਆ ਬੰਦਾ ਮਨਸੂਰ ਕਹਾਉਂਦੀ ਹੈ। ਤੇ ਫਿਰ ਰਮਜ਼ ਅਨਾਲ ਹਕ ਆਪ ਅਨਾਲ ਹਕ ਮੈਂ ਖੁਦਾ ਹਾਂ। ਉਹਨੇ ਮਨਸੂਰ ਨੇ ਕਿਹਾ ਸੀ ਨਾ ਕਿ ਮੈਂ ਖੁਦਾ ਹਾਂ ਜਿਸ ਤੋਂ ਫਾਂਸੀ ਦਿੱਤੀ ਗਈ ਸੀ, ਤੇ ਉਹਦੇ ਮੈਂ ਖੁਦਾ ਕਹਿਣ ਦੀ ਇੱਕ ਰਮਜ਼ ਸੀ ਜਿਹੜੀ ਕਿ ਉਹ ਆਪ ਹੀ ਉਹਨੇ ਬਣਾਈ ਸੀ। ਆਪੇ ਆਪ ਨੂੰ ਸੂਲੀ ਚੜਾਵੇ, ਫਿਰ ਉਹ ਆਪੂ ਹੀ ਆਪਣੇ ਆਪ ਹੀ ਆਪਣੇ ਆਪ ਨੂੰ ਹੈਂਗ ਕਰਦਾ ਹੈ। ਮਤਲਬ ਇਹ ਕਿ ਹੈਂਗ ਕਰਨ ਵਾਲਾ ਵੀ ਕੋਈ ਦੂਜਾ ਨਹੀਂ ਹੈ, ਉਹ ਹੀ ਹੈ। ਤੇ ਕੋਲ ਖਲੋ ਕੇ ਹੱਸਦਾ ਨਹੀਂ, ਤੇ ਜਦੋਂ ਆਪਣੇ ਆਪ ਨੂੰ ਸੂਲੀ ਚੜਾ ਰਿਹਾ ਹੈ
ਜਦੋਂ ਆਪਣੇ ਆਪ ਨੂੰ ਹੈਂਗ ਕਰ ਰਿਹਾ ਹੈ ਤੇ ਉਹ ਕੋਲ ਖਲੋ ਕੇ ਹੱਸਦਾ ਵੀ ਹੈ ਇਨੀ ਸੂਰੀ ਚੜ੍ਹਨ ਦੇ ਉੱਤੇ। ਮਤਲਬ ਇਹ ਹੈ ਕਿ ਇਹ ਜਿਹੜਾ ਯੂਨੀਵਰਸ ਹੈ, ਸੰਸਾਰ ਹੈ, ਇਹਦੇ ਵਿੱਚ ਜਿਹੜੀਆਂ ਸ਼ੈਵਾਂ ਤੁਹਾਨੂੰ ਵੱਖਰੀਆਂ ਵੱਖਰੀਆਂ ਦਿਸ ਰਹੀਆਂ ਨੇ, ਯਾਨੀ ਸੂਰਜ ਚੜਾਉਣ ਵਾਲਾ ਤੇ ਸੂਰਜ ਚੜ੍ਹਨ ਵਾਲਾ ਤੇ ਸੂਰਜ ਚੜ੍ਹ ਕੇ ਹੱਸਣ ਵਾਲਾ, ਉਹ ਸਭ ਇੱਕ ਹੀ ਹੈ। ਇੱਕ ਹੀ ਪ੍ਰਿੰਸੀਪਲ ਹੈ ਜਿਹਦੇ ਉਹ ਮੁਖਤਲਿਫ ਵਿਖਾਵੇ ਨੇ। ਚਲੋ ਜੀ ਅੱਗੇ ਚਲੋ। ਸੋ ਇਹੀ ਗੱਲ ਹੈ ਨਾ ਕਿ ਵੀ ਨੈਗੇਟਿਵ ਔਰ ਪੋਜ਼ਿਟਿਵ ਜਿਹੜਾ ਵੀ ਹੈਗਾ ਆ ਇਨ ਨੇਚਰ ਉਹ ਕੋਐਗਜ਼ਿਸਟ ਕਰ ਰਿਹਾ, ਇਹੀ ਗੱਲ ਹੋਈ ਜਾ ਰਹੀ ਹੈ ਨਾ। ਬਿਲਕੁਲ ਬਿਲकुल ਬਿਲकुल। ਲੇਕਿਨ ਇਹ ਹੈ ਕਿ ਮਤਲਬ ਦੇਖੋ ਜੀ, ਮਸਲਾ ਇਹ ਹੈ ਕਿ ਜਿਹੜਾ ਹੁਣ ਇਹ ਸਾਰੇ ਜਿਹੜੇ ਵੱਡੇ ਆਲਮ ਸ਼ਾਇਰ ਨੇ, ਇਹ ਇੱਕ ਹੀ ਮੁੱਢਲੀ ਗੱਲ ਨੂੰ ਮੁਖਤਲਿਫ ਤਰੀਕਿਆਂ ਨਾਲ ਕਹਿ ਰਿਹਾ। ਅੱਛਾ ਜੀ, ਅਗਲਾ ਆ ਗਿਆ, ਸਾਨੂੰ ਆ ਮਿਲ ਯਾਰ ਪਿਆਰਿਆ, ਤੇਰੇ ਦੁੱਖਾਂ ਨੇ ਸਾਨੂੰ ਮਾਰਿਆ। ਇਹ ਤੇ ਸਾਫ਼ ਹੀ ਹੈ। ਦੂਰ ਦੂਰ ਸਾਥੋਂ ਕਿਉਂ ਗਏ ਹੋ, ਅਸਲਾ ਤੇ ਆ ਕੇ ਬਾਹਰ ਬਹਿ ਰਹੇ ਹੋ। ਕਿਉਂ ਕਸਰ ਕਸੂਰ ਵਸਾਰਿਆ, ਸਾਨੂੰ ਆ ਮਿਲ ਯਾਰ ਪਿਆਰ। ਤੂੰ ਸਾਡੇ ਤੋਂ ਦੂਰ ਚਲਾ ਗਿਆ ਤੇ ਉੱਥੇ ਜਾ ਕੇ ਤੇ ਤੂੰ ਅਸਲਾ ਦੇ ਉੱਤੇ, ਮਤਲਬ ਆਪਣੀ ਅਸਲ ਸ਼ਕਲ ਦੇ ਵਿੱਚ ਉੱਥੇ ਜਾ ਕੇ ਬਹਿ ਗਿਆ। ਕਿਉਂ ਕਸਰ ਕਸੂਰ ਵਸਾਰਿਆ, ਕਸੂਰ ਤੇ ਸ਼ਹਿਰ ਹੈ ਤੇ ਕਸਰ ਦਾ ਮਤਲਬ ਹੁੰਦਾ ਹੈ ਮਹੱਲ। ਤੇ ਜਿਹੜਾ ਕਸੂਰ ਦਾ ਮਹੱਲ ਸੀ, ਜਿਹੜੀ ਕੰਕਰੀਟ ਉਹਦੀ ਸ਼ਕਲ ਸੀ, ਉਹ ਤੂੰ ਭੁੱਲ ਬੈਠਾ ਹੈ ਤੇ ਤੂੰ ਉਸ ਤੋਂ ਉੱਤੇ ਚਲਾ ਗਿਆ। ਸਾਨੂੰ ਆਲ ਮਿਲ ਯਾਰ ਪਿਆਰ। ਚਲੋ ਜੀ ਅੱਗੇ। ਮੇਰਾ ਇੱਕ ਅਨੋਖਾ ਯਾਰ ਹੈ, ਮੇਰਾ ਉਸੇ ਨਾਲ ਪਿਆਰ ਹੈ। ਕਦੀ ਸਮਝੀ ਵੱਡ ਪਰਵਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ। ਮੇਰਾ ਇੱਕ ਅਨੋਖਾ ਯਾਰ ਹੈ, ਇਹ ਤੁਹਾਨੂੰ ਕਾਫੀ ਤੁਹਾਨੂੰ ਪਤਾ ਹੈ ਕੀ ਹੈ। ਮੇਰਾ ਉਸੇ ਨਾਲ ਪਿਆਰ ਹੈ, ਇਹ ਵੀ ਤੁਹਾਨੂੰ ਸਮਝੀ ਹੈ। ਕਦੀ ਸਮਝੀ ਵੱਡ ਪਰਿਵਾਰਿਆ, ਵੱਡ ਪਰਿਵਾਰਿਆ ਐਸੀ ਹਸਤੀ ਜਿਹਦਾ ਪਰਿਵਾਰ ਬਹੁਤ ਵੱਡਾ ਹੋਵੇ, ਜਿਹਦਾ ਟੱਬਰ ਖਾਨਦਾਨ ਕਬੀਲਾ ਬਹੁਤ ਹੀ ਵੱਡਾ ਹੋਵੇ। ਜ਼ਾਹਰ ਗੱਲ ਹੈ ਕਿ ਯੂਨੀਵਰਸਲ ਹਸਤੀ ਦਾ ਜਿਹੜਾ ਪਰਿਵਾਰ ਹੈ ਉਹ ਤਾਂ ਸਭ ਤੋਂ ਵੱਡਾ ਹੈ। ਸਾਨੂੰ ਆ ਮਿਲੀ ਯਾਰ ਪਿਆਰ ਹੈ। ਇਹ ਜਿਹੜੀ ਕਾਫੀ ਸਾਰੀ ਮੈਂ ਸਿਲੈਕਟ ਕੀਤੀ ਸੀ, ਇਹ ਅਸਲ ਦੇ ਵਿੱਚ ਐਸ ਬੰਦ ਲਈ ਕੀਤੀ ਸੀ ਜਿਹੜੀ ਹੁਣ ਬਣ ਜਾ ਰਿਹਾ। ਜਦੋਂ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ, ਮੂੰਹ 12ਵੀਂ ਸਦੀ ਪਸਾਰਿਆ, ਸਾਨੂੰ ਆ ਮਿਲ ਯਾਰ ਪਿਆਰ। ਇੱਥੇ ਹੁਣ ਕਹਿ ਰਹੇ ਨੇ ਕਿ ਜਦੋਂ ਆਪਣੀ ਪੈ ਗਈ ਸਾਰਿਆਂ ਨੂੰ, ਮਤਲਬ ਇਹ ਹੈ ਕਿ ਜਦੋਂ ਸਮਾਜੀ ਸਟਰਕਚਰ ਜਿਹੜਾ ਸੀ ਉਹ ਟੁੱਟ ਗਿਆ ਔਰ ਹਰ ਇੱਕ ਨੂੰ ਆਪਣੀ ਪੈ ਗਈ, ਤੇ ਉਹ ਐਸਾ ਸੀ ਕਿ ਧੀ ਮਾਂ ਨੂੰ ਲੁੱਟ ਕੇ ਲੈ ਉਹਨਾਂ ਐਸੇ ਹਾਲਾਤ ਪੈਦਾ ਹੋਏ ਕਿ ਉਹਨਾਂ 'ਚ ਧੀਆਂ ਨੇ ਮਾਵਾਂ ਨੂੰ ਲੁੱਟਣਾ ਸ਼ੁਰੂ ਕਰਤਾ। ਮਤਲਬ ਜਿਹੜੇ ਮੈਂ ਪਹਿਲੇ ਵੀ ਕਹਿ ਚੁੱਕਿਆ, ਉਲਟੇ ਹੋਰ ਜ਼ਮਾਨੇ ਵਾਲੀ ਕਾਫੀ ਦੇ ਵਿੱਚ ਕਿ ਬੁੱਲੇ ਸ਼ਾਹ ਦੀ ਥੀਮ ਹੈਗੀ ਹੈ ਕਿ ਸਾਰੇ ਰਿਸ਼ਤੇ ਜਿਹੜੇ ਨੇ ਉਹ ਸਮਾਜ ਦੀਆਂ ਹਾਲਤਾਂ ਦੇ ਥੱਲੇ ਹੁੰਦੇ ਨੇ। ਜਿਸ ਤਰ੍ਹਾਂ ਜੇ ਸਮਾਜ ਟੁੱਟ ਜਾਵੇ ਤੇ ਜਿਹੜੇ ਰਿਸ਼ਤੇ ਨੇ, ਖੂਨੀ ਰਿਸ਼ਤੇ ਵੀ ਜਿਹੜੇ ਨੇ ਉਹ ਵੀ ਟੁੱਟ ਜਾਂਦੇ ਨੇ। ਤੇ ਇਹ ਜਿਹੜੇ ਖੂਨੀ ਰਿਸ਼ਤੇ ਨੇ, ਇਹਨਾਂ ਨੂੰ ਕੋਈ ਅਟਰਨਲ ਨਹੀਂ ਸਮਝਣਾ ਚਾਹੀਦਾ। ਮਤਲਬ ਜਿਵੇਂ ਅਸੀਂ ਸਮਝਦੇ ਹਾਂ ਕਿ ਜੀ ਖੂਨ ਤੇ ਖੂਨ ਹੁੰਦਾ, ਐਸੀ ਕੋਈ ਗੱਲ ਨਹੀਂ ਹੈ। ਇਹ ਆਪਣਾ ਲੋਕਾਂ ਦੇ ਭੁਲੇਖੇ ਨੇ। ਤੁਸੀਂ ਦੇਖੋਗੇ ਕਿ ਅਗਰ ਤੁਸੀਂ ਖਾਨਦਾਨ ਕਿਸੇ ਬੱਚੇ ਨੂੰ ਬਹੁਤ ਪਿਆਰ ਕਰੋ, ਉਹ ਤੁਹਾਡੇ ਪਿੱਛੇ ਲੱਗ ਜਾਂਦਾ ਹੈ ਤੇ ਉਹਦੇ ਵਿੱਚ ਕੋਈ ਖੂਨ ਚੂਨ ਨਹੀਂ ਹੁੰਦਾ। ਉਹਦੀ ਬਾਕੀ ਰਿਸ਼ਤੇਦਾਰ ਹੀ ਮਿਲਦੇ ਨੇ, ਲੇਕਿਨ ਉਹਨਾਂ ਦੇ ਵੱਲ ਨਹੀਂ ਉਨੀ ਅਟੈਂਸ਼ਨ ਦਿੰਦਾ ਜਿੰਨੀ ਉਹ ਤੁਹਾਡੇ ਵੱਲ ਦਿੰਦਾ, ਜਿਵੇਂ ਤੁਸੀਂ ਉਹਦੇ ਨਾਲ ਪਿਆਰ ਕਰਦੇ। ਚਲੋ ਵੀ ਅੱਗੇ ਚਲੋ। ਡਾਕਟਰ ਸਾਹਿਬ, ਅਸੀਂ ਬ੍ਰੇਕਡਾਊਨ ਆਫ ਸੋਸਾਇਟੀ ਕਹਿ ਰਹੇ ਹਾਂ, ਇਕਨੋਮਿਕ ਕਿ ਮੋਰਲ? ਨਹੀਂ,
ਮੌੜ ਦੇਖੋ ਜਿਹੜੀ ਇੱਥੇ ਜਿਹੜੀ ਸਮਝਣ ਵਾਲੀ ਗੱਲ ਹੈ ਕਿ ਬੁੱਲੇ ਸ਼ਾਹ ਕਹਿ ਇਹ ਰਿਹਾ ਕਿ ਜਿਹੜੀ ਮੋਰੈਲਿਟੀ ਹੈ ਉਹ ਬੇਸਡ ਹੈਗੀ ਹੈ ਸੋਸ਼ਲ ਕੰਡੀਸ਼ਨ ਤੇ। यानी ਜਿਹੜੀ मोरालिटी है वो कोई इंडिपेंडेंट वेरिएबल नहीं है, वो कोई बंदियां की खास ਜਿਹੜੀ करैक्टरिस्टिक नहीं है इनहेरेंट या वो इनहेरेंट कोई ऐसी चीज नहीं है बंदियां को मारन होण। ਜਿਹੜੀ सोसाइटी है वो जिस तरह की होंगी है उस तरह के मॉरल्स बनाउंदी है। ਜਦੋਂ ਉਹ सोसाइटी टुटदी है तो मॉरल्स भी टुट जाते हैं ਤੇ ਫਿਰ ਸਭ ਨੂੰ ਆਪੋ ਆਪਣੀ ਗੱਲ। ਇਹ ਡਾਕਟਰ ਸਾਹਿਬ ਜਿਹੜੀ 12ਵੀਂ ਸਦੀ ਦਾ ਰੈਫਰੈਂਸ ਜਿਹੜਾ ਉਹ ਕਿਹੜਾ ਹੈ ਇੱਥੋਂ? ਉਹ ਉਹੀ ਆ ਨਾ ਜਦੋਂ ਆਪਣਾ ਸਿੱਖ ਮੁਸਲਮਾਨ ਬਣਨੀਆਂ ਸ਼ੁਰੂ ਹੋਈਆਂ ਸਨ ਉਦੋਂ 12ਵੀਂ ਸਦੀ ਸੀ ਨਾ, ਯਾਨੀ ਅੰਗਰੇਜ਼ੀ ਦੇ ਹਿਸਾਬ ਨਾਲ ਉਦੋਂ ਸੀਗੀ 18ਵੀਂ ਸਦੀ ਤੇ ਜਿਹੜੀ ਇਸਲਾਮੀ ਕੈਲੰਡਰ ਦੇ ਹਿਸਾਬ ਨਾਲ ਉਹ 12ਵੀਂ ਸਦੀ। ਅੱਛਾ, ਇਹ ਅਸਲੀ ਮਤਲਬ 12ਵੀਂ ਸਦੀ 1200 ਇਅਰਸ ਨਹੀਂ ਅਸੀਂ ਕਹਿ ਰਹੇ, ਇਹ ਕਹਿ ਰਹੇ ਹਾਂ 18ਵੀਂ ਸਦੀ ਦੀ ਗੱਲ ਹੈ। ਇਹ 12ਵੀਂ ਸਦੀ ਦੇ ਵਿੱਚ ਹਾਲਾਤ ਇਹੋ ਜਿਹੇ ਪੈਦਾ ਹੋਏ ਨੇ ਜਾਂ 12ਵੀਂ ਸਦੀ ਨੇ ਇਹ ਸਾਰਾ ਪਸਾਰਾ ਕੀਤਾ। ਜਿਹਨੇ ਟਾਈਮ ਫਰੇਮ ਦੀ ਗੱਲ ਹੋ ਰਹੀ ਹੈ ਇਸ ਤੋਂ ਵੱਧ ਨਹੀਂ ਹੈ। ਚਲੋ ਜੀ ਅੱਗੇ। ਦਰ ਖੁੱਲਾ, ਇਹ ਵੀ ਬੜਾ ਮਸ਼ਹੂਰ ਹੈਗਾ। ਦਰ ਖੁੱਲਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ, ਦਰ ਹਾਵੀਏ ਦੋਜ਼ਖ ਮਾਰਿਆ। ਸਾਨੂੰ ਸਮਝ ਆ ਗਈ ਨਾ, ਪਿਛਲੇ ਤੁਹਾਨੂੰ ਇੱਥੋਂ ਪਿਛਲੇ ਇਹਦੇ ਲੱਗ ਜਾਓ। ਦਰ ਖੁੱਲਾ ਹਸ਼ਰ ਅਜ਼ਾਬ, ਯਾਨੀ ਜਿਹੜਾ ਦਰ ਦਾ ਮਤਲਬ ਹੈ ਦਰਵਾਜ਼ਾ ਤੇ ਹਸ਼ਰ ਦਾ ਮਤਲਬ ਹੈ ਕਿਆਮਤ ਦਾ ਦਿਨ, ਦਾ ਡੇ ਆਫ ਜਜਮੈਂਟ। ਅਜ਼ਾਬ ਦਾ ਮਤਲਬ ਹੈ ਜਿਹੜੀ ਸਜ਼ਾ ਮਿਲਣੀ। ਦਰ ਖੁੱਲਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ, ਯਾਨੀ ਪੰਜਾਬ ਦਾ ਹਾਲ ਬਹੁਤ ਹੀ ਭੈੜਾ ਹੋ ਗਿਆ ਹੈ ਇਸ ਜ਼ਮਾਨੇ ਦੇ ਵਿੱਚ। ਦਰ ਹਾਵੀਏ ਦੋਜ਼ਖ ਮਾਰਿਆ। ਹਾਵੀਆ ਦੋਜ਼ਖ ਜਿਹੜਾ ਹੈ ਯਾਨੀ ਜਿਹੜਾ ਹੈਲ ਹੈ ਉਹਦੀ ਸਭ ਤੋਂ ਜਿਹੜਾ ਸਭ ਤੋਂ ਵਸਟ ਹਿੱਸਾ ਹੈਗਾ ਉਹ ਹਾਵੀਆ ਹੈ ਤੇ ਉਹਨੇ ਸਾਨੂੰ ਮਾਰਿਆ, ਸਾਨੂੰ ਆਮਲ ਯਾਰ ਪਿਆਰਿਆ। ਬੁੱਲਾ ਸ਼ਾਹ ਮੇਰੇ ਘਰ ਆਵਸੀ, ਮੇਰੀ ਬਲਦੀ ਭਾ ਬੁਝਾਵ ਸੀ, ਅਨਾਇਤ ਦੇ ਚਤਾਰਿਆ, ਸਾਨੂੰ ਆਮਲ ਯਾਰ ਪਿਆਰ। ਬੁੱਲਾ ਕਹਿੰਦਾ ਹੈ ਕਿ ਸ਼ਾਹ ਜਿਹੜਾ ਮਸ਼ੂਕ ਹੈ, ਜਿਹੜਾ ਮੇਰਾ ਸ਼ਾਹ ਹੈ, ਜਿਹਨੂੰ ਮੈਂ ਚਾਹੁੰਦਾ ਹੈ ਉਹ ਮੇਰੇ ਘਰ ਆਵੇਗਾ। ਮੇਰੀ ਬਲਦੀ ਭਾ ਦਾ ਮਤਲਬ ਹੈ ਅੱਗ, ਬੁਝਾਵ ਸੀ ਤਾਂ ਮਤਲਬ ਤੁਹਾਨੂੰ ਪਤਾ ਬੁਝਾਏਗਾ। ਤੇ ਉਹ ਆਵੇਗਾ ਤੇ ਫਿਰ ਜਿਹੜੀ ਮੇਰੇ ਅੰਦਰ ਅੱਗ ਬਲ ਰਹੀ ਹੈ ਫਿਰ ਉਹ ਬੁਝੇਗੀ। ਅਨਾਇਤ ਦਮ ਦਮ ਚਿਤਾ ਰਿਹਾ, ਇੱਕ ਨੀਂਦ ਚੜ ਜਾਣੀ। ਮੈਂ ਤੇ ਦਮ ਦੇ ਨਾਲ ਅਨਾਇਤ ਜਿਹੜਾ ਸ਼ਾਹ ਅਨਾਇਤ ਜਿਹੜਾ ਸੀ ਉਹ ਬੁੱਲੇ ਸ਼ਾਹ ਦਾ ਪੀਰ ਸੀ ਤੇ ਮੈਂ ਤੇ ਦਮ ਹਰ ਦਮ ਦੇ ਨਾਲ ਉਹਨੂੰ ਜਪਣਾ ਹੈ। ਠੀਕ ਹੈ ਜੀ, ਚਲੋ ਅੱਗੇ। ਜਿਹੜੀ ਕਾਫੀ ਹੈ ਇਹ ਵੀ ਬਹੁਤ ਮਸ਼ਹੂਰ ਹੈ ਔਰ ਇਹ ਕਾਫੀ ਗਾਈ ਵੀ ਗਈ ਹੈ ਔਰ ਰਿਪੋਰਟ ਵੀ ਹੁੰਦੀ ਹੈ। ਇਸ਼ਕ ਦੀ ਨਵੀਓਂ ਨਵੀਂ ਬਹਾਰ, ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਿਦ ਕੋਲੋਂ ਜੂੜਾ ਡਰਿਆ, ਮੇਰੇ ਜਾ ਠਾਕੁਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਇਸ਼ਕ ਜਿਹੜੀ ਹੈ, ਜੇ ਇਸ਼ਕ ਹੋਵੇ ਉਹ ਸ਼ਾਹ ਹੁਸੈਨ ਦਾ ਇੱਕ ਮਿਸਰਾ ਹੈ ਕਿ ਇਸ਼ਕ ਫਕੀਰਾਂ ਦਾ ਕਾਇਮ ਦਾਇਮ, ਕਦੀ ਨਾ ਹੋਏ ਬਿਆ। ਬਿਆ ਦਾ ਮਤਲਬ ਬਾਸੀ। ਜਿਹੜਾ ਫਕੀਰਾਂ ਦਾ ਇਸ਼ਕ ਹੈ ਉਹ ਹਮੇਸ਼ਾ ਤਾਜ਼ਾ ਹੁੰਦਾ ਹੈ, ਉਹਨੂੰ ਉਹ ਕਦੀ ਬਾਸੀ ਨਹੀਂ ਹੁੰਦਾ। ਇਹ ਸ਼ਾਹ ਹੁਸੈਨ ਦੀ ਲਾਈਨ। ਇਸ਼ਕ ਦੀ ਨਵੀਓਂ ਨਵੀਂ ਬਹਾਰ, ਜਿਹੜਾ ਇਸ਼ਕ ਹੈ ਉਹ ਕੀ ਕਹਿਣਾ ਚਾਹੀਦਾ, ਸਟੈਗਨੇਟ ਨਹੀਂ ਹੁੰਦਾ,
ਉਹ ਇੱਕ ਥਾਂ ਤੇ ਖੜਾ ਹੋ ਕੇ ਸੜਦਾ ਨਹੀਂ ਹੈ ਜਿਵੇਂ ਪਾਣੀ ਸੜਦਾ ਹੈ, ਬਲਕਿ ਉਹ ਨਵੀਂ ਨਵੀਂ ਉਹਦੀ ਹਰ ਰੋਜ਼ ਨਵੀਂ ਬਹਾਰ ਹੁੰਦੀ ਹੈ ਇਸ਼ਕ ਦੀ। So ever evolving, it keeps on evolving. ਆਲਵੇਜ਼ ਇਟ ਇਜ਼ ਕ੍ਰੀਏਟਿਵ। ਹਾਂ। ਅੱਛਾ, ਹੁਣ ਅੱਗੇ ਦੇਖੋ ਉਹਦੇ ਨਾਲ ਹੁੰਦਾ ਕੀ ਹੈ ਇਸ਼ਕ ਦੇ ਨਾਲ, ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਜਦੋਂ ਮੈਂ ਇਸ਼ਕ ਦਾ ਸਬਕ ਪੜ੍ਹਿਆ ਮਸਜਿਦ ਕੋਲੋਂ ਜੂੜਾ ਡਰਿਆ, ਤੇ ਮੇਰਾ ਦਿਲ ਜਿਹੜਾ ਮਸੀਤ ਕੋਲੋਂ, ਮਸਜਿਦ ਕੋਲੋਂ, ਮਾਸਕ ਕੋਲੋਂ ਡਰਨ ਲੱਗ ਪਿਆ। ਡੇਰੇ ਜਾ ਠਾਕੁਰ ਦੇ ਵੰਡ, ਇੱਥੇ ਠਾਕੁਰ ਦਾ ਮਤਲਬ ਬੇਸਿਕਲੀ ਹੈਗਾ ਹਿੰਦੂ ਗਾਡ ਜਾਂ ਹਿੰਦੂ ਪ੍ਰੋਹਤ। ਮੈਂ ਉਹਦੇ ਡੇਰੇ ਵਿੱਚ ਚਲਾ ਗਿਆ, ਯਾਨੀ ਮਤਲਬ ਇਹ ਹੈ ਕਿ ਜਿਹੜਾ ਮੇਰੇ ਲਈ ਸਭ ਤੋਂ ਜ਼ਿਆਦਾ ਮੈਨੂੰ ਭੈੜਾ ਦੱਸਿਆ ਗਿਆ ਸੀ, ਮੈਂ ਉਹ ਕੰਮ ਕੀਤਾ। ਯਾਨੀ ਡੇਰੇ ਜਾ ਠਾਕੁਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹੈਗਾ, ਜਿੱਥੇ ਉਹ ਨਾਦ ਜਿਹੜੇ ਨੇ ਉਹ ਵਜਾਏ ਜਾਂਦੇ ਨੇ, ਮੈਂ ਉੱਥੇ ਜਾ ਕੇ ਵੜ ਗਿਆ। ਇਸ਼ਕ ਦੀ ਨਵੀਂ ਨਵੀਂ ਬਹਾਰ। ਚਲੋ ਜੀ ਅੱਗੇ। ਜਾਂ ਮੈਂ ਡਾਕਟਰ ਸਾਹਿਬ ਇਹਦਾ ਇੱਕ ਮਿੰਟ, ਡਾਕਟਰ ਸਾਹਿਬ ਜਿਹੜਾ ਤੁਸੀਂ ਪਿਛਲਾ ਦੱਸਿਆ ਨਾ ਕਿ ਉਹ ਉੱਥੇ ਡਰ ਕੇ ਵੜਿਆ, ਉਹਨੂੰ ਉੱਥੇ ਨਹੀਂ ਤਸੱਲੀ ਮਿਲੀ ਤਾਂ ਉਹ ਠਾਕੁਰ ਦੇ ਦੁਆਰੇ ਵੜਿਆ, ਕਿ ਪਰ ਹੀ ਕੌਨਸ਼ੀਅਸਲੀ ਕਿ ਜਿਹੜਾ ਉਹਨੂੰ ਨਹੀਂ ਸੀ ਕੰਮ ਕਰਨਾ ਚਾਹੀਦਾ ਉਹ ਕੀਤਾ ਉਹਨੇ? ਮਤਲਬ ਇਹ ਹੈ ਕਿ ਜਿਹੜੀ ਬਾਰ-ਬਾਰ ਅਸੀਂ ਗੱਲ ਕਰ ਰਹੇ ਹਾਂ ਕਿ ਮਸਲਾ ਹੈਗਾ ਇਸ਼ਕ ਦਾ, ਮਸਲਾ ਹੈਗਾ ਸਟਰਕਚਰ ਦੇ ਵਿੱਚੋਂ ਨਿਕਲ ਜਾਣਾ। ਜਿਹੜੀ ਸਟਰਕਚਰ ਦੇ ਵਿੱਚ ਜੋ ਕੋਈ ਸਿੱਖਿਆ ਉਹਨੂੰ ਅਨਲਰਨ ਕਰਨਾ, ਤੇ ਇਹ ਉਹਦੀ ਰਮਜ਼ ਹੈ ਕਿ ਜਿਹੜਾ ਬੁੱਲੇ ਸ਼ਾਹ ਉਹ ਤਾਂ ਮਸੀਤ ਵਿੱਚ ਜੰਮਿਆ ਨਾ, ਉਹ ਤਾਂ ਮੁਸਲਮਾਨ ਸੀ, ਤੇ ਜੇ ਬੁੱਲੇ ਸ਼ਾਹ ਹਿੰਦੂ ਹੁੰਦਾ ਜਾਂ ਕੋਈ ਹੋਰ ਹੁੰਦਾ ਤੇ ਫਿਰ ਉਹਨੇ ਇਹੋ ਗੱਲ ਹੋਰ ਕਿਸ ਤਰੀਕੇ ਨਾਲ ਕਹਿਣੀ ਸੀ। ਤੇ ਇਹ ਹੈ ਕਿ ਮੈਂ ਪਿੱਛੇ ਸਾਰੇ ਨੂੰ ਨਿਗੇਟ ਕਰਕੇ ਤੇ ਉਹ ਚੀਜ਼ ਕਰ ਰਹੇ ਹਾਂ ਜਿਹੜੀ ਕਿ ਹਰਾਮ ਸਮਝੀ ਜਾਂਦੀ ਸੀ। ਠੀਕ ਹੈ ਨਾ ਗੱਲ? ਠੀਕ ਹੈ। ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਂ ਨਾ ਤੋਤਾ ਮਾਰ ਗਵਾਈ, ਅੰਦਰ ਬਾਹਰ ਹੋਈ ਸਫਾਈ, ਜਿਸ ਵੱਲ ਵੇਖਾਂ ਯਾਰੋ ਯਾਰ, ਇਸ਼ਕ ਦੀ ਨਵੀਂ ਬਾਤ। ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਜਦੋਂ ਮੈਨੂੰ ਇਸ਼ਕ ਦਾ ਭੇਦ ਸਮਝ ਆ ਗਿਆ, ਇਸ਼ਕ ਦੀ ਕੁੰਡੀ ਮੇਰੇ ਤੇ ਖੁੱਲ ਗਈ, ਤੇ ਮੈਂ ਨਾ ਤੋਤਾ ਮਾਰ ਮੁਕਾਈ। ਮੈਂ ਨਾ ਕਹਿੰਦੇ ਨੇ ਫੀਮੇਲ ਪੈਰਟ ਨੂੰ, ਤੇ ਤੋਤਾ ਪੈਰਟ ਨੂੰ ਕਹਿੰਦੇ ਨੇ। ਤੇ ਇਹ ਆਪਣਾ ਆਮ ਤੌਰ ਤੇ ਸਾਡੇ ਪੰਜਾਬੀ ਮੁਹਾਵਰਾ ਹੁੰਦਾ ਹੈ ਕਿ ਜੋ ਦੋ ਬੰਦੇ ਔਰ ਖਾਸ ਤੌਰ ਤੇ ਮੀਆਂ ਬੀਵੀ ਆਪਸ 'ਚ ਮੁਣ ਕਰ ਰਹੇ ਹੋਣ ਨਾ, ਗੱਲਾਂ ਕਰ ਰਹੇ ਹੋਣ, ਤਾਂ ਕਹਿੰਦੇ ਜੀ ਮੈਨਾ ਤੋਤਾ ਦੀ ਕਹਾਣੀ ਚੱਲ ਰਹੀ ਹੈ। ਤੇ ਇੱਥੇ ਬੁੱਲੇ ਸ਼ਾਹ ਕਹਿ ਰਿਹਾ ਕਿ ਉਹ ਮੇਰੇ ਅੰਦਰ ਜਿਹੜੀਆਂ ਦੋ ਹਸਤੀਆਂ ਬਣ ਕੇ ਬੋਲਦੀਆਂ ਸਨ, ਮੈਨਾ ਤੇ ਤੋਤਾ, ਔਰ ਉਹ ਮੈਂ ਮੁਕਾਤੀ, ਉਹ ਕਹਾਣੀ ਮੁੱਕ ਗਈ ਹੈ। ਹੁਣ ਮੇਰੀ ਲਈ ਕਹਾਣੀ ਇੱਕ ਹੀ ਹੈ, ਅੰਦਰ ਬਾਹਰ ਹੋਈ ਸਫਾਈ। ਉਹਦੇ ਮੁਕਾਉਣ ਦੇ ਨਾਲ ਮੇਰੇ ਅੰਦਰ ਬਾਹਰ ਜਿਹੜੀ ਹੈ ਉਹ ਸਫਾਈ ਹੋ ਗਈ ਹੈ। ਜਿਤ ਵੱਲ ਵੇਖਾਂ ਯਾਰੋ ਯਾਰ, ਯਾਨੀ ਹੁਣ ਜੋ ਸਫਾਈ ਹੋ ਗਈ ਹੈ, ਤੋਤਾ ਮੈਨਾ ਮਾਰ ਸੁੱਟੀ ਹੈ ਆਪਣੇ ਅੰਦਰੋਂ, ਤੇ ਹੁਣ ਮੈਂ ਜਿੱਧਰ ਵੀ ਵੇਖਣਾ ਉਹਦੇ ਉਸ ਹਰ ਪਾਸੇ ਮੈਨੂੰ ਯਾਰ ਯਾਰ ਨਜ਼ਰ ਆਉਂਦਾ ਹੈ, ਮੈਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਮਤਲਬ ਇਹ ਜੇ ਅਗਰ ਪਹਿਲੇ ਵਾਲੀ ਹਾਲਤ ਹੁੰਦੀ ਮੇਰੀ, ਜਿੱਥੇ ਮੈਂ ਮਸੀਤ ਦੇ ਵਿੱਚ ਮਸੀਤ ਨੂੰ ਮੰਨਦਾ ਸਾਂ, ਤੇ ਨਹੀਂ ਸੀ ਹੋਣੀ ਇਹ ਹਾਲਤ ਹੋਈ ਹੈ ਜਦੋਂ ਮੈਂ ਮਸੀਤ ਤੋਂ ਡਰ ਕੇ ਠਾਕਰ ਦੇ ਦੁਆਰੇ ਵੜਿਆ ਵਗੈਰਾ ਹੋ ਗਿਆ। ਅੱਛਾ ਜੀ, ਅਗਲਾ। ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀ ਢੁਢੇਂਦੀ ਬੇਲੇ, ਰਾਂਝਾ ਯਾਰ ਬੁੱਕਲ ਵਿੱਚ ਖੇਲੇ, ਮੈਨੂੰ ਸੁਧ ਰਹੀ ਨਾ ਸਾਰ, ਇਸ਼ਕ ਦੀ ਨਵੀਂ ਬਾਰ। ਹੀਰ ਰਾਂਝੇ ਦੇ ਹੋ ਗਏ ਮੇਲੇ, ਯਾਨੀ ਹੀਰ ਤੇ ਰਾਂਝਾ ਦੋਵੇਂ ਮਿਲ ਗਏ, ਇੱਕ ਹੋ ਗਏ, ਹੁਣ ਦੋ ਨਹੀਂ ਰਹਿ ਗਏ। ਭੁੱਲੀ ਹੀ ਢੁਢੇਂਦੀ ਬੇਲੇ, ਯਾਨੀ ਹੀਰ ਜਿਹੜੀ ਹੈ ਉਹ ਜੰਗਲ 'ਚ ਜਾ ਕੇ ਰਾਂਝੇ ਨੂੰ ਲੱਭ ਰਹੀ ਹੈ, ਤੇ ਅਸਲ ਹਕੀਕਤ ਕੀ ਹੈ, ਰਾਂਝਾ ਯਾਰ ਬੁੱਕਲ ਵਿੱਚ ਖੇਲੇ, ਕਿ ਰਾਂਝਾ ਯਾਰ ਉਹਦੀ ਬੁੱਕਲ ਵਿੱਚ ਹੈ, ਜਿਹਨੂੰ ਜੰਗਲ ਵੇਲੇ ਢੂੰਡਦੀ ਫਿਰ ਰਹੀ ਹੈ।
ਤੇ ਰਾਂਝਾ ਯਾਰ ਉਹਦੇ ਦਿਲ ਵਿੱਚ ਹੈ, ਉਹਦੀ ਬੁੱਕਲ ਵਿੱਚ ਹੈ, ਤੇ ਉਹ ਐਵੇਂ ਹੀ ਗਲਤੀ ਨਾਲ ਭੁਲੇਖੇ ਦੇ ਵਿੱਚ ਉਹ ਜੰਗਲਾਂ ਦੇ ਵਿੱਚ ਉਹਨੂੰ ਢੂੰਡ ਰਹੀ ਹੈ। ਆਪਣਾ ਉਹਦਾ ਸਚਿਨ ਸਰਮਸ ਦਾ ਇੱਕ ਸ਼ੇਰ ਹੈਗਾ, ਰਾਂਝੂ ਖੇੜਾ ਦੋਹੇ ਮੈਂ ਹਾਂ, ਕੀ ਗਈ ਵਤ ਕਿਤੇ ਕਿਤੇ, ਕਿ ਮੈਂ ਹੀ ਸਾਰੇ ਕਰੈਕਟਰ ਤੇ ਹੀਰ ਐਵੇਂ ਹੀ ਇੱਧਰ ਉੱਧਰ ਘੁੰਮਦੀ ਰਹੀ, ਮੈਨੂੰ ਸੁੱਧ ਰਹੀ ਨਾ ਸਾਰ, ਮੇਰੀ ਬਿਲਕੁਲ ਹੋਸ਼ ਹਵਾਸ ਜਿਹੜੇ ਨੇ ਉਹ ਚਲੇ ਗਏ, ਇਸ਼ਕ ਦੀ ਨਵੀਂ ਨਵੀਂ ਬਹਾਰ। ਚਲੋ ਜੀ ਅੱਗੇ। वेद पुराना पढ़ पढ़ थके, मस्जिद सजदे करदियां झुकदे मथे, ना रब तीरथ ना रब मके, जिस पाया तिस नूर नवार, इश्क दी नवियों नवी बहार। वेद पुराना पढ़, वेद का मतलब वेद, हिंदुआं दे वेद ते कुरान मुसलमाना दा, पढ़ पढ़ के थक गए, सजदे करदियां घिस गए मथे, घस गए मथे, ते इन्ने सजदे कीते कि मथे ही मत्थियां उत्ते निशान पै गए, घस गए। ना रब तीरथ ना रब मक्के, रब जेड़ा है ਉਹ ਤੀਰਥ ਵਿੱਚ ਵੀ ਨਹੀਂ ਹੈ ਜਿੱਥੇ ਹਿੰਦੂ ਜਾਂਦੇ ਨੇ, ਇਹ ਮੱਕੇ ਵਿੱਚ ਵੀ ਨਹੀਂ ਹੈ ਜਿੱਥੇ ਮੁਸਲਮਾਨ ਜਾਂਦੇ। ਅੱਛਾ, ਤੁਸੀਂ ਇਹ ਦਿਲਚਸਪ ਹਕੀਕਤ ਹੈ ਕਿ ਜਿਹੜੇ ਇਹ ਮੁਸਲਮਾਨ ਸੂਫੀ ਨੇ ਸਾਰੇ ਜਿਹੜੇ ਸ਼ਾਇਰ ਨੇ ਜਿਨ੍ਹਾਂ ਦੀ ਜ਼ਿਕਰ ਕਰ ਰਹੇ ਹਾਂ, ਇਹ ਜਿਨ੍ਹਾਂ ਦਾ ਅਸੀਂ ਪਹਿਲੇ ਜ਼ਿਕਰ ਕੀਤਾ ਹੈ ਤੇ ਇਹਨਾਂ ਦਾ ਵੀ ਅਸੀਂ ਜ਼ਿਕਰ ਕਰ ਰਹੇ ਹਾਂ, ਤੇ ਵਾਰਿਸ ਸ਼ਾਹ ਦਾ ਵੀ ਜ਼ਿਕਰ ਹੋਏਗਾ, ਹੋਰਾਂ ਦਾ ਵੀ ਹੋਏਗਾ, ਇਹਨਾਂ ਵਿੱਚੋਂ ਕਿਸੇ ਨੇ ਕਦੀ ਹੱਜ ਨਹੀਂ ਕੀਤਾ, ਇਹ ਮੱਕੇ ਨਹੀਂ ਕਦੀ ਗਏ ਹੱਜ ਕਰਨ। ਇਹ ਬੜੀ ਦਿਲਚਸਪ ਗੱਲ, ਤੇ ਕਿਉਂਕਿ ਉਹਨਾਂ ਦਾ ਬਲੀਫ ਇਹ ਸੀ ਕਿ ਰੱਬ ਜਿਹੜਾ ਹੈ, ਜਿਹੜੀ ਯੂਨੀਵਰਸਲ ਹਸਤੀ ਹੈ, ਨਾ ਉਹ ਹਿੰਦੂਆਂ ਦੇ ਤੀਰਥ ਵਿੱਚ ਹੈ ਤੇ ਨਾ ਮੁਸਲਮਾਨਾਂ ਦੇ ਮੱਕੇ ਵਿੱਚ। ਜਿਸ ਪਾਇਆ ਤਿਸ ਨੂਰ ਅਨਵਾਰ, ਜਿਸ ਨੇ ਵੀ ਉਹਨੂੰ ਪਾਇਆ ਉਹਦੇ ਅੰਦਰ ਦਾ ਚਾਨਣ ਜਿਹੜਾ ਹੈ ਉਹ ਚਮਕ ਗਿਆ। ਨੂਰ ਅਨਵਾਰ, ਨੂਰ ਦਾ ਮਤਲਬ ਹੈ ਚਾਨਣ, ਅਨਵਾਰ ਜਿਹੜੀ ਜਿੱਥੇ ਚਾਨਣ ਆ ਗਿਆ ਹੋਵੇ। ਇਸ਼ਕ ਦੀ ਨਵੀਂ ਨਵੀਂ ਬਹਾਰ, ਫੂਕ ਮਸੱਲਾ ਬਨ ਸੱਟ ਸੋਟਾ, ਬਨ ਸੱਟ ਲੋਟਾ, ਨਾ ਫੜ ਤਸਬੀਹ ਆਸਾ ਸੋਟਾ, ਆਸ਼ਿਕ ਦੇਂਦੇ आशिक कहंदे दे दे होका, तर्क हलालों खा मुर्दार, फूक मुसल्ला भन सट लोटा। ये मुसल्ला ਹੁੰਦਾ ਹੈ ਜਿਹਦੇ ਤੇ ਮੁਸਲਮਾਨ ਉਹ ਜਿਹੜਾ ਕਾਰਪਟ ਛੋਟਾ ਜਿਹਾ ਹੁੰਦਾ ਹੈ, ਉਹ ਜਿਹਦੇ ਉੱਤੇ ਵਿਛਾ ਕੇ ਜਿਹਦੇ ਉੱਤੇ ਨਮਾਜ਼ ਪੜ੍ਹਦੇ ਨੇ, ਪ੍ਰੇਅਰ ਕਰਦੇ ਨੇ, ਤੇ ਉਹਨੂੰ ਮੁਸੱਲਾ ਕਹਿੰਦੇ ਨੇ। ਫੂਕ ਮੁਸੱਲਾ ਯਾਨੀ ਮੁਸੱਲੇ ਨੂੰ ਅੱਗ ਲਾ ਦੇ। ਭਨ ਸਟ ਲੋਟਾ, ਤੇ ਲੋਟਾ ਹੈਗਾ ਕਿ ਜਿਹੜਾ ਪ੍ਰੇਅਰ ਤੋਂ ਪਹਿਲੇ ਵਜ਼ੂ ਕੀਤਾ ਜਾਂਦਾ ਹੈ। ਤੁਹਾਨੂੰ ਪਤਾ ਵਜ਼ੂ ਕੀ ਹੁੰਦਾ ਹੈ? ਹਾਂਜੀ ਪਤਾ ਹੈ ਡਾਕਟਰ ਨਾ? ਮੈਨੂੰ ਨਹੀਂ ਪਤਾ। ਵਜ਼ੂ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ, ਹੱਥਾਂ ਪੈਰਾਂ ਨੂੰ, ਮੂੰਹ ਨੂੰ, ਹਰ ਚੀਜ਼ ਨੂੰ ਪਹਿਲੇ ਸਾਫ਼ ਕਰਨਾ ਹੁੰਦਾ ਹੈ, ਤੇ ਉਹਦੀ ਜਿਹੜੀ ਸਟੈਪਸ ਨੇ ਵਜ਼ੂ ਦੇ ਉਹ ਡਿਟਰਮਿਨਡ ਹੈ। ਮਤਲਬ ਇਹ ਹੈ ਕਿ 3 ਵਾਰੀ ਕੁਲੀ ਕਰਨੀ ਹੈ, ਮੂੰਹ 'ਚ ਪਾਣੀ ਪਾ ਕੱਢਣਾ ਹੈ, 3 ਵਾਰੀ ਕੰਨ ਵਿੱਚ ਉਂਗਲੀ ਫੇਰਨਾ ਹੈ। ਮਤਲਬ ਇਹ ਹੈ ਕਿ ਤੁਸੀਂ ਆਪਣੀ ਪੂਰੀ ਸਫਾਈ ਕਰਨੀ। ਹੁਣ ਤੁਹਾਨੂੰ ਸਮਝ ਆਇਆ ਵਜ਼ੂ ਕੀ ਹੁੰਦਾ? ਹਾਂਜੀ, ਇਹ ਮਤਲਬ ਕਿ ਉਹ ਲੋਟਾ ਜਿਹੜਾ, ਲੋਟੇ ਵਿੱਚ ਪਾਣੀ ਪਾ ਕੇ, ਲੋਟਾ ਇੱਕ ਬਰਤਨ ਹੈ ਨਾ, ਇੱਕ ਲੋਟਾ ਦੇ ਬਰਤਨ ਹੈ ਨਾ, ਤੇ ਆਮ ਤੌਰ ਦੇ ਉੱਤੇ ਮਸਜਿਦਾਂ ਦੇ ਵਿੱਚ ਤੇ ਮੁਸਲਮਾਨਾਂ ਦੇ ਘਰਾਂ ਦੇ ਵਿੱਚ ਲੋਟੇ ਰੱਖੇ ਜਾਂਦੇ ਨੇ ਵਜ਼ੂ ਕਰਨ ਲਈ। ਅੱਛਾ ਜੀ। ਹਾਂਜੀ, ਤੇ ਫੂਕ ਮੁਸੱਲਾ ਭਨ ਸੱਟ ਲੋਟਾ, ਕਿਉਂਕਿ ਇਸ ਲੋਟੇ ਦੇ ਨਾਲ ਤੇਰੀ ਸਫਾਈ ਨਹੀਂ ਹੋਣੀ। ਨਾ ਫੜ ਤਸਬੀਹ, ਤਸਬੀਹ ਤੇ ਹੈਗੀ ਰੋਜ਼ਰੀ,
ਨਾ ਫੜ ਤਸਬੀ ਆਸਾ। ਆਸਾ ਆਮ ਤੌਰ ਤੇ ਉਹ ਛੋਟੀ ਹੁੰਦੀ ਹੈ ਜਿਹਨੂੰ ਬਜ਼ੁਰਗ ਫੜ ਕੇ ਚੱਲਦੇ ਆ। ਨਾ ਫੜ ਤਸਬੀ ਆਸਾ ਸੋਟਾ। ਸੋਟਾ ਦਾ ਮਤਲਬ ਛੜੀ ਹੈ। ਆਸ਼ਿਕ ਕਹਿੰਦੇ ਦੇ ਦੇ ਹੋਕਾ। ਆਸ਼ਿਕ ਇਹ ਐਲਾਨ ਕਰਦੇ ਨੇ, ਹੋਕਾ ਦੇਣ ਦਾ ਮਤਲਬ ਹੁੰਦਾ ਐਲਾਨ ਕਰਨਾ। ਉਹ ਖੁੱਲ ਕੇ ਸਾਰਿਆਂ ਦੇ ਸਾਹਮਣੇ ਐਲਾਨ ਕਰਦੇ ਨੇ। ਕੀ ਐਲਾਨ ਕਰਦੇ ਨੇ? ਤਰਕ ਹਲਾਲੋਂ ਖਾ ਮੁਰਦਾ। ਹਲਾਲ ਦਾ ਮਤਲਬ ਹੁੰਦਾ ਕੁਐਸਚਨ ਤੇ ਤਰਕ ਦਾ ਮਤਲਬ ਹੁੰਦਾ ਛੱਡਣਾ, ਅਬੈਂਡਨ ਕਰਨਾ। ਕਿ ਤੁਸੀਂ ਇਹ ਕੋਸ਼ਰ ਨੂੰ ਅਬੈਂਡਨ ਕਰੋ ਔਰ ਜਿਹੜਾ ਐਂਟੀ ਕੋਸ਼ਰ ਹੈ ਜਿਹਨੂੰ ਹਰਾਮ ਕਹਿੰਦੇ ਨੇ, ਮੁਰਦਾਰ ਦਾ ਮਤਲਬ ਮਰਿਆ ਹੋਇਆ ਜਾਨਵਰ, ਜਿਹੜਾ ਮਰਿਆ ਹੈ ਉਹਨੂੰ ਖਾ। ਤੇ ਜਿਹੜੇ ਹਲਾਲ ਨੇ ਆਮ ਤੌਰ ਦੇ ਉੱਤੇ ਉਹਨੂੰ ਇਹਨੂੰ ਇੰਜ ਵੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਔਰ ਬਾਕੀ ਮੁਸਲਮਾਨ ਕੀ ਹੋਰ ਵੀ ਜਿਹੜੇ ਵੱਡੀਆਂ ਜ਼ਾਤਾਂ ਦੇ ਜਿਹੜੇ ਬੰਦੇ ਨੇ ਹਿੰਦੂ ਹੋਣ ਤੇ ਭਾਵੇਂ ਸਿੱਖ ਹੋਣ ਤੇ ਭਾਵੇਂ ਮੁਸਲਮਾਨ, ਉਹ ਆਮ ਤੌਰ ਤੇ ਮਰਿਆ ਹੋਇਆ ਜਾਨਵਰ ਨਹੀਂ ਖਾਂਦੇ। ਤੇ ਮਰਿਆ ਹੋਇਆ ਜਾਨਵਰ ਜਿਹੜਾ ਹੈ ਇਹ ਜਿਹੜੇ ਟੱਪਰੀਵਾਸ ਨੇ ਉਹਨਾਂ ਦੇ ਕੁਝ ਕਬੀਲੇ ਖਾਂਦੇ ਮਰਿਆ ਹੋਇਆ, ਉਹਨੂੰ ਮੁਰਦਾਰ ਕਹਿੰਦੇ ਨੇ, ਕਹਿੰਦੇ ਹਰਾਮ ਖਾਂਦੇ। ਇੱਥੇ ਬੁੱਲੇ ਸ਼ਾਹ ਕਹਿ ਰਿਹਾ ਕਿ ਜਿਹੜੀਆਂ ਚੀਜ਼ਾਂ ਨੂੰ ਤੂੰ ਕੋਸ਼ਿਸ਼ ਸਮਝਣਾ ਉਹਨਾਂ ਨੂੰ ਕੰਪਲੀਟਲੀ ਛੱਡ ਦੇ, ਕਿ ਜਿਹੜੀਆਂ ਚੀਜ਼ਾਂ ਨੂੰ ਤੂੰ ਫੋਰਬਿਡਨ ਸਮਝਦਾ ਸੀ ਉਹ ਫੜ ਲੈ, ਉਹਨਾਂ ਵੱਲ ਤਵੱਜੋ ਕਰ। ਚਲੋ ਜੀ ਅੱਗੇ ਚਲੋ। ਉਮਰ ਗਵਾਈ ਵਿੱਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ, ਕਦੇ ਨਮਾਜ਼ ਤੌਹੀਦ ਨਾ ਨੀਤੀ। ਹੁਣ ਕੀ ਕਰਨਾ ਹੈ ਸ਼ੋਰ ਪੁਕਾਰ, ਇਸ਼ਕ ਦੀ ਨਹੀਂਓ ਨਹੀਂ ਰਿਹਾ। ਤੂੰ ਸਾਰੀ ਉਮਰ ਮਸੀਦੇ ਬੈਠਾ ਰਿਹਾ, ਯਾਨੀ ਮੌਲਾਨਾ ਵੱਲ ਜ਼ਿਕਰ ਹੋ ਰਿਹਾ ਨਾ। ਉਮਰ ਗਵਾਈ ਵਿੱਚ ਮਸੀਤ ਦੇ ਵਿੱਚ ਬਹਿ ਬਹਿ ਕੇ ਤੂੰ ਉਮਰ ਗਵਾ ਦਿੱਤੀ। ਅੰਦਰ ਭਰਿਆ ਨਾਲ ਪਲੀਤੀ, ਤੂੰ ਸਾਰੀ ਉਮਰ ਮਸੀਤ ਦੇ ਵਿੱਚ ਬੈਠਾ ਰਿਹਾ, ਉਮਰ ਗਵਾਉਂਦਾ ਰਿਹਾ ਤੇ ਤੇਰੇ ਅੰਦਰ ਜਿਹੜੀ ਹੈ ਉਹ ਗੰਦ ਸੀ। ਪਲੀਤੀ ਦਾ ਮਤਲਬ ਗੰਦ। ਤੇਰਾ ਅੰਦਰ ਜਿਹੜਾ ਢਿੱਡ ਹੈ ਉਹ ਗੰਦ ਨਾਲ ਭਰਿਆ ਹੈ। ਕਦੇ ਨਮਾਜ਼ ਤੌਹੀਦ ਨਾ ਕੀਤੀ, ਤੂੰ ਕਦੇ ਵੀ ਰੱਬ ਦੀ ਏਕਤਾ ਦੀ ਪ੍ਰੇਰ ਦੇ ਵਿੱਚ ਏਕਤਾ ਨੂੰ ਨਹੀਂ ਮੰਨਿਆ। ਮਤਲਬ ਇਹ ਹੈ ਕਿ ਇਹ ਦੀ ਮਿਸਾਲ ਤੁਸੀਂ ਇੰਝ ਲਓ ਕਿ ਤੁਸੀਂ ਨਮਾਜ਼ ਪੜ੍ਹਨ ਲਈ ਖੜੇ ਹੋਏ ਤੇ ਕਦੀ ਤੁਹਾਨੂੰ ਖਿਆਲ ਆ ਗਿਆ ਕਿ ਯਾਰ ਉਹ ਪਾਣੀ ਮੱਝ ਦਾ ਕੀ ਬਣਿਆ, ਕਾਰੋਬਾਰ ਦਾ ਕੀ ਬਣਿਆ, ਉਸ ਮਰੀਜ਼ ਦਾ ਕੀ ਹੋਇਆ, ਉਹਨੇ ਇਹ ਕਿਉਂ ਕਿਹਾ ਸੀ, ਕਿ ਉਹਨੇ ਦੂਜਿਆਂ ਦੇ ਖਿਆਲ ਸ਼ੁਰੂ ਹੋ ਜਾਂਦੇ ਨੇ। ਇਹਦਾ ਮਤਲਬ ਹੈ ਕਿ ਤੁਸੀਂ ਤੌਹੀਦ ਦਾ ਮਤਲਬ ਇਹੋ ਹੀ ਹੈ ਕਿ ਇੱਕ ਦੇ ਉੱਤੇ ਤੁਸੀਂ ਕੰਸਨਟਰੇਟ ਨਹੀਂ ਕੀਤਾ। ਤੇ ਉਹ ਜਿਹੜਾ ਮੁਸਲਮਾਨਾਂ ਨੂੰ ਇਹ ਕਹਿੰਦੇ ਨੇ ਨਾ, ਇਹ ਜਿਹੜਾ ਮੁਸਲਮਾਨਾਂ ਦਾ ਕਲਮਾ ਹੈ ਲਾ ਇਲਾਹਾ ਇल्लल्लाह ਮੁਹੰਮਦ ਰਸੂਲੁल्लाह, ਤੇ ਇਹ ਬਜ਼ੁਰਗ ਕਹਿੰਦੇ ਨੇ ਕਿ ਤੁਸੀਂ ਤੇ ਲਾ ਹੀ ਨਹੀਂ ਕਹਿੰਦੇ। ਲਾ ਦਾ ਮਤਲਬ ਹੈ ਕਿ ਹਰ ਚੀਜ਼ ਨੂੰ ਨਾ ਕਰਦੇ ਹੋ ਸਿਵਾਏ ਅੱਲਾਹ ਦੇ। ਤੁਸੀਂ ਤਾਂ ਹਰ ਚੀਜ਼ ਦੇ ਪਿੱਛੇ ਨੱਸਦੇ ਹੋ ਤੇ ਤੁਸੀਂ ਕਾਹਦਾ ਮੰਨਦੇ ਹੋ। ਕਦੇ ਨਮਾਜ਼ ਤੌਹੀਦ ਨਾ ਨੀਤੀ, ਹੁਣ ਕੀ ਕਰਨਾ ਹੈ ਸ਼ੋਰ ਪੁਕਾਰ, ਤੇ ਹੁਣ ਕਾਹਦਾ ਤੂੰ ਰੌਲਾ ਪਾਇਆ। ਇਸ਼ਕ ਦੀ ਨਵੀਂ ਨਵੀਂ ਇਸ਼ਕ ਬੁਲਾਇਆ ਸਜਦਾ ਤੇਰਾ, ਬਣ ਗਿਓ ਐਵੇਂ ਪਾਵੇਂ ਜਿਹੜਾ, ਬੁੱਲਾ ਹੁੰਦਾ ਚੁੱਪ ਬਥੇਰਾ, ਇਸ਼ਕ ਕਰਿੰਦਾ ਮਾਰੋ। ਹੁਣ ਕਿਉਂ ਐਵੇਂ ਪਾਵੇਂ ਜਿਹੜਾ, ਹੁਣ ਕਾਹਦੇ ਲਈ ਬਹਿਸਾਂ ਕਰ ਰਹੇ ਆ, ਝਗੜੇ ਕਰ ਰਹੇ ਆ। ਬਣ ਗਿਓ ਐਵੇਂ ਪਾਵੇਂ ਜਿਹੜਾ, ਯਾਨੀ ਤੂੰ ਉਸ ਤਰ੍ਹਾਂ ਦਾ ਹੀ ਇਸ਼ਕ ਬੁਲਾਇਆ ਸਜਦਾ ਤੇਰਾ, ਮੈਨੂੰ ਤੇਰੇ ਜਿਹੜੇ ਸਜਦੇ ਨੇ ਉਹ ਇਸ਼ਕ ਨੇ ਭੁਲਾਤੇ ਨੇ। ਤੇ ਬਣ ਗਿਓ ਐਵੇਂ ਪਾਵੇਂ ਜਿਹੜਾ, ਤੇ ਤੂੰ ਕਾਹਦੇ ਝੇੜੇ ਕਰ ਰਿਹਾ। ਬੁੱਲਾ ਹੁੰਦਾ ਚੁੱਪ ਬਥੇਰਾ, ਇਸ਼ਕ ਕਰਿੰਦਾ ਮਾਰੋ। ਮਤਲਬ ਇਹ ਉਹ ਗੱਲਾਂ ਨੇ, ਇਹ ਉਹ ਗੱਲਾਂ ਮੈਂ ਕਹਿ ਰਿਹਾ ਇਸ ਕਾਫੀ ਦੇ ਵਿੱਚ ਤੁਸੀਂ ਅਗਰ ਗੌਰ ਕਰੋ ਕਿ ਮੈਂ ਉਹ ਗੱਲਾਂ ਕਹਿ ਰਿਹਾ ਜਿਹੜੀਆਂ ਫੋਰਬਿਡਨ ਨੇ। ਤੇ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਪਰ ਮੇਰੇ ਕੋਲ ਰਿਹਾ ਨਹੀਂ ਜਾਂਦਾ। ਇਹ ਮਤਲਬ ਹੈ ਸਿੰਪਲ।
देखो ना, कहना कि जी बसीतों निकल के ते हमारे मंदिर में जा वड़ ते हलाल ਨੂੰ ਛੱਡ ਕੇ ਤੇ ਹਰਾਮ ਖਾਣ ਲੱਗ ਪਏ। ਇਹ ਸਾਰੇ ਉਲਟੇ ਕੰਮ ਬੁੱਲੇ ਸ਼ਾਹ ਲੱਗਦੇ ਆ। ਤੇ ਇਹ ਤੇ ਜ਼ਾਹਰ ਗੱਲ ਹੈ ਕਿ ਇਹ ਉਹਨੂੰ ਪਤਾ ਹੈ ਕਿ ਬੁੱਲੇ ਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਲੋਕਾਂ ਦੇ ਸਾਹਮਣੇ। ਤੇ ਲੇਕਿਨ ਉਹ ਇਸ਼ਕ ਜਿਹੜਾ ਉਹਦਾ ਅੰਦਰ ਦਾ ਉਹਦਾ ਇੰਨਾ ਜ਼ੋਰ ਹੈ ਕਿ ਉਹ ਇਹਨਾਂ ਗੱਲਾਂ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ। ਤੇ ਉਹ ਇੰਝ ਗੱਲ ਹੈ। ਜਿਹੜਾ ਮਨਸੂਰ ਦਾ ਇਲਾਜ ਸੀ ਉਹਨੂੰ ਜੀ ਮੈਂ ਪਹਿਲੇ ਵੀ ਜ਼ਿਕਰ ਅਸੀਂ ਕੀਤਾ ਹੈ, ਜਿਹਨੂੰ ਫਾਂਸੀ ਦਿੱਤੀ ਗਈ ਸੀ ਕਿਉਂਕਿ ਉਹਨੇ ਅਨਲ ਕਿਹਾ ਸੀ ਕਿ ਮੈਂ ਖੁਦਾ ਹਾਂ। ਤੇ ਉਹਦਾ ਜਿਹੜਾ ਪੀਰ ਸੀ ਜਾਂ ਜਿਹੜਾ ਮੁਰਸ਼ਿਦ ਸੀ ਉਹ ਕਾਜ਼ੀ ਸੀ। ਤੇ ਉਹਨੇ ਕਿਹਾ, ਉਹਨੇ ਮਨਸੂਰ ਨੂੰ ਕਿਹਾ ਕਿ ਗੱਲ ਤੇ ਤੇਰੀ ਸੱਚ ਹੈ, ਪਰ ਇਹ ਲੋਕਾਂ ਨਾਲ ਕਰਨ ਵਾਲੀ ਨਹੀਂ ਹੈ। ਤੇ ਤੂੰ ਕਰਨੋਂ ਹਟਦਾ ਨਹੀਂ ਹੈ ਤੇ ਤੈਨੂੰ ਫਾਇ ਲੱਗਣੀ। ਤੇ ਮਨਸੂਰ ਨੇ ਕਿਹਾ ਮੇਰੇ ਫਾਇ ਲੱਗਣ ਦਾ ਫੈਸਲਾ ਵੀ ਤੇਰੇ ਹੱਥੋਂ ਹੈ ਕਾਜ਼ੀ ਸਾਹਿਬ। ਤੇ ਇੰਝ ਹੀ ਹੋਇਆ। ਚਲੋ ਜੀ ਅੱਗੇ। ਇਹ ਵੀ ਹੁਣ ਇਹ ਵੀ ਕਾਫੀ ਜਿਹੜੀ ਹੈ ਇਹ ਵੀ ਬੜੀ मीनिंगफुल है। इल्मों बस करीमो यार, इको अलग करो जाता। ये जी स्कॉलर भी ਜਿਹੜੀਆਂ ਬੈਠਾਂ ਦੇ ਵਿੱਚ ਤੁਸੀਂ ਹੈ ਜਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ हैं, ਇਹ ਬਿਲਕੁਲ ਜ਼ਰੂਰੀ ਨਹੀਂ। ਇੱਕੋ ਅਲਫ ਤੇ ਲੱਗਦਾ, ਇੱਕ ਸਿਰਫ ਅਲਫ ਚਾਹੀਦਾ ਸੀ। ਯਾਨੀ ਮਤਲਬ ਤੂੰ ਇੱਕ ਨੂੰ ਅਗਰ ਮੰਨ ਲੈ ਦਿਲੋਂ ਤੇ ਤਾਂ ਗੱਲ ਮੰਨਣੀ ਹੈ। ਇਹ ਇੰਨੇ ਸਾਰੇ ਇਲਮ ਜਿਹੜੇ ਜਿਵੇਂ ਤੁਸੀਂ ਦੇਖਿਆ ਸੀਗਾ ਜਿਵੇਂ ਉਹ ਆਪਣਾ ਸੁਲਤਾਨ ਬਾਹੂ ਵੀ ਕਹਿੰਦਾ ਹੈ ਬੜੀ ਬਹੁਤ ਜ਼ਿਆਦਾ ਤਨਕੀਦ ਕਰਦਾ ਮੁਲਾਣਿਆਂ ਤੇ ਤਕਾਰੀਆਂ ਤੇ ਸ਼ੇਖਾਂ ਤੇ ਜਿਹੜੇ ਕਿਤਾਬਾਂ ਪੜ੍ਹਦੇ ਨੇ। ਤੇ ਉਹਦੇ ਸੁਲਤਾਨ ਬਾਹੂ ਤੇ ਕਹਿੰਦਾ ਨਾ ਕਿ ਉਹ ਤੇ ਬਾਰੀ ਨੇ ਜਿਹੜੇ ਸਿਰ ਤੇ ਕਿਤਾਬਾਂ ਚੁੱਕ ਕੇ ਜੋ ਪੈਂਦੇ ਨੇ। ਇੱਥੇ ਬੁੱਲੇ ਸ਼ਾਹ ਵੀ ਉਹੀ ਗੱਲ ਕਰ ਰਹੇ ਨੇ। ਇਲਮ ਨਾ ਆਵੇ ਵਿੱਚ ਸ਼ੁਮਾਰ, ਇੱਕੋ ਅਲਫ ਤੇਰੇ ਬੇਕਾਰ। ਇਲਮ ਨਾ ਆਵੇ ਵਿੱਚ ਸ਼ੁਮਾਰ। ਇਹ ਗੁਰੂ ਨਾਨਕ ਜੀ ਦੀ ਕਾਫੀ ਜਗ੍ਹਾ ਤੇ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਜੇ ਇਲਮ ਦੀ ਗੱਲ ਕਰੋ ਤਾਂ ਉਹ ਤੋਂ ਬੇਅੰਤ ਹੈ। ਬੇਅੰਤ ਇੰਟਰਪ੍ਰੀਟੇਸ਼ਨਾਂ ਨੇ, ਬੇਅੰਤ ਚੀਜ਼ਾਂ ਲਿਖੀਆਂ ਗਈਆਂ ਨੇ। ਇੱਕੋ ਅਲਫ ਤੇਰੇ ਬੇਕਾਰ, ਜਾਂਦੀ ਉਮਰ ਨਹੀਂ ਇਤਵਾਰ। ਇਲਮੋਂ ਬਸ ਕਰਨੀ ਹੈ। ਇਹ ਜਿਹੜੀ ਉਮਰ ਹੈ ਇਹ ਜਾ ਰਹੀ ਹੈ, ਖਤਮ ਹੋ ਰਹੀ ਹੈ। ਤੇ ਤੂੰ ਇਲਮ ਨੂੰ ਇਹ ਇਲਮਾਂ ਦੇ ਚੱਕਰ ਦੇ ਛੱਡ ਕੇ ਤੇ ਤੂੰ ਆਪਣਾ ਅਲਫ ਨੂੰ ਫੜ। ਚਲੋ ਜੀ ਅੱਗੇ। ਪੜ ਲੱਖ, ਪੜ ਲਿਖ ਲਾਵੇਂ ਢੇਰ, ਢੇਰ ਕਿਤਾਬਾਂ ਚਾਰ ਚਫੇਰ। ਪੁੱਛੋ ਰਾਹ ਤੇ ਇਲਮ ਨਾ ਸਾਰ, ਇਲਮੋਂ ਬਸ ਕਰੀ ਹੋ ਜਾ। ਇਹ ਵੈਸੇ ਥੀਮ ਬਹੁਤ ਜ਼ਿਆਦਾ ਗੁਰੂ ਨਾਨਕ ਜੀ ਦੀ ਬਾਣੀ ਵਿੱਚ ਔਰ ਖਾਸ ਤੌਰ ਤੇ ਜਪਜੀ ਵਿੱਚ ਬਹੁਤ ਵਾਰੀ ਇਹ ਆਈ ਆ। ਔਰ ਉਹਨੂੰ ਠੀਕ ਤਰ੍ਹਾਂ ਇੰਟਰਪ੍ਰੇਟ ਨਹੀਂ ਕਰਦੇ। ਉਹਦੇ ਉੱਤੇ ਕੋਈ ਹੋਰ ਮਜ਼ਹਬੀ ਪਰਦਾਬਾਜ਼ ਨਹੀਂ ਹੈ। ਪੜ ਲਿਖ ਲਾਵੇਂ ਢੇਰ। ਤੂੰ ਪੜ ਕੇ ਤੇ ਲਿਖ ਕੇ ਢੇਰਾਂ ਦੇ ਢੇਰ ਲਾਈ ਜਾ ਰਹੇ। ਢੇਰ ਕਿਤਾਬਾਂ ਚਾਰ ਢੇਰ ਦਾ ਮਤਲਬ ਬਹੁਤ ਜ਼ਿਆਦਾ। ਤੇਰੇ ਚਾਰੋਂ ਪਾਸੇ ਕਈ 100 ਕਿਤਾਬਾਂ ਪਈਆਂ ਨੇ। ਗੁਜ਼ਰੇ ਚਾਨਣ ਵਿੱਚ ਹਨੇਰ। ਇਹ ਕੀ ਹੈ? ਗਿਰਦੇ ਚਾਨਣ ਵਿੱਚ ਹਨੇਰ। ਹਾਂ ਸਮਝ ਆ ਗਈ। ਗਿਰਦੇ ਚਾਨਣ ਮਤਲਬ ਤੇਰੇ ਆਲੇ ਦੁਆਲੇ ਜਿਹੜਾ ਹੈ ਉਹ ਤੇ ਰੋਸ਼ਨੀ ਹੈ ਕਿ ਜਿਹੜੀਆਂ ਕਿਤਾਬਾਂ ਆਲੇ ਦੁਆਲੇ ਰੱਖੀਆਂ ਨੇ। ਤੇ ਤੂੰ ਵਿੱਚੋਂ ਹਨੇਰਾ, ਤੇਰੇ ਵਿੱਚੋਂ ਜਿਹੜਾ ਡਾਰਕਨੈਸ, ਬਾਹਰ ਤੂੰ ਰੋਸ਼ਨੀ ਦਾ ਲਾਈਟ ਦਾ ਜਿਹੜਾ ਵਿਖਾਵਾ ਕੀਤਾ ਹੈ ਤੇ ਅੰਦਰ ਤੇਰੇ ਜਿਹੜਾ ਹੈ ਉਹ ਡਾਰਕਨੈਸ। ਪੁੱਛੋ ਰਾਹ ਤੇ ਇਲਮ ਰੱਖਦਾ। ਤੇ ਜੇ ਇਹਨਾਂ ਕੋਲ ਇਹ ਪੁੱਛਿਆ ਜਾਏ ਕਿ ਕਿਹੜੇ ਰਸਤੇ ਚੱਲਣਾ ਚਾਹੀਦਾ ਹੈ ਤੇ ਇਲਮ ਨਾ ਇਹਨਾਂ ਨੂੰ ਉਸਦਾ ਇਲਮ ਹੈ
ना ही नॉलेज है ते सार दा मतलब समझ भी नहीं है, मत भी नहीं है। इल्मों बस करियो जा, पढ़ पढ़ शेख मुशायख होया, भर भर पेट नींदर भर सोया, जांदी वार नैन भर रोया, डुब्बा विच उरार न पार, इल्मों बस करियो जा। तू पढ़ पढ़ के बहुत बड़ा शेख मुशायख यानी आला 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 पद्धर दा तू आलम होण लग पिया। भर भर पेट नींदर भर से, हकीकत तेरी ये सी कि तू खांदा रहा कि सौंदा रहा। ਜਾਂਦੀ ਵਾਰ ਨੈਣ ਭਰ ਹੋਇਆ, ਤੇ ਜਦੋਂ ਤੇਰੀ ਅਖੀਰ ਵਾਰ ਆਈ ਜਾਣ ਦੀ ਤੇ ਉਸ ਵੇਲੇ ਤੂੰ ਰੋਣਾ ਸ਼ੁਰੂ ਕਰ ਦਿੱਤਾ। ਡੁੱਬਾ ਵਿੱਚ ਉਰਾਰ ਨਾ ਪਾ, ਤੂੰ ਦਰਿਆ ਦੇ ਐਨ ਵਿਚਕਾਰ ਡੁੱਬਿਆ, ਨਾ ਤੂੰ ਇਸ ਕੰਢੇ ਤੇ ਤੇ ਨਾ ਤੂੰ ਉਸ ਕੰਢੇ, ਤੂੰ ਵਿੱਚ ਡੁੱਬਿਆ। ਇਲਮੋਂ ਬਸ ਕਰਨੀ ਹੋ ਜਾ। ਚਲੋ ਜੀ ਅੱਗੇ ਚਲੋ। पढ़ पढ़ शेख मुशायख कहावें, उल्टे मसले घरों बनावें, बेइल्मां नूं लुट लुट खावें, झूठे सच्चे करें करार, इल्मों बस करियो जा। शेख मुशायख तो वही आ गया जिहड़ा पिछे वाला सी। पढ़ पढ़ शेख मुशायख कहावें, अपने आप नूं बड़ा शेख मुशायख कल लुकाउणा है, उल्टे मसले घरों बनावें। ते तू करना ये है कि तू अपने घर तो ही यानी अपने ही ਵੱਲੋਂ तू बहुत ही कुरकुट किस्म के ਜਿਹੜੇ ਮਸਲੇ ਨੇ, ਜਿਹੜੇ ਪੇਚ ਨੇ, ਉਹ ਖਾਮਖਾਹ ਦੇ ਤੂੰ ਉਹ ਪੈਦਾ ਕਰਨਾ, ਬੇਇਲਮਾਂ ਨੂੰ ਲੁੱਟ ਖਾਣਾ। ਤੇ ਉਹ ਲੋਕ ਜਿਹੜੇ ਆਲਮ ਨਹੀਂ ਹੈਗੇ, ਜਿਹੜੇ ਸਧਾਰਨ ਲੋਕ ਨੇ, ਉਹਨਾਂ ਨੂੰ ਲੁੱਟ ਲੁੱਟ ਕੇ ਖਾ ਰਹੇ। झूठे सच्चे करें करार, ते तेरे इकरार का मतलब होंदा वादे, ते तेरे वादे जड़े ने वो मीनिंगलेस ने। झूठे सच्चे का मतलब मीनिंगलेस ने। अच्छा जी, अगला बंद आ गया। पढ़ पढ़ नफल नमाज गुजारें, उच्चियां बांगा चांगा मारें, मिंबर से चढ़ बाज पुकारें, कीता तैनू इल्म ख्वार, इल्मों बस करियो जा। पढ़ पढ़ नफल नमाज गुजार, ਜਿਹੜੇ ਨਫਲ ਜਿਹੜੇ ਹੁੰਦੇ ਨੇ ਨਾ, ਇਹ ਤੁਸੀਂ ਲਿਖ ਲਓ ਕਿ ਜਿਹੜੇ ਨਫਲ ਹੁੰਦੇ ਨੇ, ਜਿਹੜੇ ਮੁਸਲਮਾਨਾਂ ਦੀ ਪ੍ਰੇਅਰ ਹੈ ਨਾ, ਉਹਦੇ ਤਿੰਨ ਹੁੰਦੇ, ਤਿੰਨ ਹਿੱਸੇ ਹੁੰਦੇ। ਪਹਿਲਾ ਹਿੱਸਾ ਹੈ ਜਿਹੜਾ ਕਿ ਲਾਜ਼ਮੀ ਵਾਜਿਬ ਨਮਾਜ਼ ਦਾ। ਦੂਜਾ ਹਿੱਸਾ ਹੈ ਜਿਹੜਾ ਸੁन्नत ਹੈ। ਸੁन्नत ਦਾ ਮਤਲਬ ਹੈ ਜਿਹੜਾ ਕਿ रसूलुल्लाह पैगंबर ਜਿਹੜਾ ਸਨ ਮੁਹੰਮਦ ਜਿਹੜੇ ਸਨ ਉਹ ਚੁੱਕੇ ਕਰਦੇ ਸਨ, ਇਸ ਲਈ ਬਾਕੀ ਮੁਸਲਮਾਨਾਂ ਨੂੰ ਕਰਨਾ ਜ਼ਰੂਰੀ ਹੈ। ਯਾਨੀ ਮਤਲਬ ਪਹਿਲਾ ਹਿੱਸਾ ਜਿਹੜਾ ਉਹ ਖੁਦਾ ਵੱਲੋਂ ਹੈ, ਤੇ ਦੂਜਾ ਹਿੱਸਾ ਜਿਹੜਾ ਉਹ ਪ੍ਰੋਫਿਟ ਵੱਲੋਂ ਹੈ, ਤੇ ਤੀਜਾ ਹਿੱਸਾ ਉਹਨੂੰ ਕਹਿੰਦੇ ਨੇ ਨਫਲ। ਨਫਲ ਜਿਹੜੇ ਨੇ ਉਹ ਆਪਸ਼ਨਲ ਨੇ, ਉਹ ਨਾ ਖੁਦਾ ਵੱਲੋਂ ਲਾਜ਼ਮ ਕੀਤੇ ਗਏ ਨਾ ਰਸੂਲ ਵੱਲੋਂ, ਉਹ ਤੁਸੀਂ ਆਪਸ਼ਨਲ ਕਰਦੇ ਹੋ। पढ़ पढ़ शेख मुशायख कहावें, उल्टे मसले घरों बनावें, बेइल्मां नूं लुट लुट खावें, नहीं पढ़ पढ़ नफल नमाज गुजार। तो तू नमाजा ते नफल पढ़ पढ़ के जिंदगी गुजार रहे हैं। उच्चियां बांगा चांगा मार, चांगा ना मतलब चीखना, ते बांग का मतलब होंदा है अपना जिहड़ी कॉल फॉर प्रेयर, अजान में कहते हैं। ਉੱਚੀਆਂ ਬਾਂਗਾਂ ਚਾਂਗਾ ਮਾਰੇ, ਤੇ ਤੂੰ ਜਿਹੜੇ ਮੁਸਲਮਾਨ ਜਿਹੜੀ ਉੱਚੀ ਆਵਾਜ਼ 'ਚ ਜਿਹੜੀ ਅਜ਼ਾਨ ਦਿੰਦੇ ਨੇ ਨਾ ਹਰ ਨਮਾਜ਼ ਦੇ ਉੱਤੇ, ਉਹਨੂੰ ਬਾਂਗ ਪੰਜਾਬੀ 'ਚ ਜਿਹੜੀ ਬਾਂਗ ਕਿਹਾ ਜਾਂਦਾ। ਉੱਚੀਆਂ ਬਾਂਗਾਂ ਚਾਂਗਾ ਮਾਰੇ, ਇਹ ਜਿਹੜੀਆਂ ਤੂੰ ਬਾਂਗਾਂ ਦੇ ਰਿਹਾ ਹੈ, ਇਹ ਚੀਕਾਂ ਨੇ। ਮਿੰਬਰ ਤੇ ਚੜ੍ਹ ਆਵਾਜ਼ ਪੁਕਾਰ। ਅੱਛਾ, ਫਿਰ ਇਹ ਵੀ ਹੁੰਦਾ ਹੈ ਕਿ ਜਿਹੜੀ ਮਸੀਤ ਹੈ ਨਾ, ਉਹਦੇ ਵਿੱਚ ਛੋਟਾ ਜਿਹਾ ਇੱਕ ਪੌਦਿਆਂ ਵਾਲਾ ਕੁਰਸੀ ਰੱਖੀ ਹੁੰਦੀ ਹੈ, ਉਹਨੂੰ ਮਿੰਬਰ ਕਹਿੰਦੇ ਨੇ।
ਉਹਦੇ ਚੜ ਕੇ ਆਵਾਜ਼ ਕਰਦੇ ਨੇ, ਉਹ ਤੇ ਚੜ ਕੇ ਆਵਾਜ਼ ਕਰਨਾ ਹੈ, ਕੀਤਾ ਤੈਨੂੰ ਇਲਮ ਖਵਾਰ, ਤੈਨੂੰ ਦੇਖੀ ਤੇਰੀ ਇਲਮ ਨੇ ਜਿਹੜਾ ਉਹ ਖੁਆਰ ਕਰ ਦਿੱਤਾ ਹੈ, ਤੈਨੂੰ ਉਹਨੇ ਬਿਲਕੁਲ ਤਬਾਹ ਕਰ ਦਿੱਤਾ ਹੈ। ਉਹ ਸੁਕਰਾਤ ਕਹਿੰਦਾ ਸੀ ਨਾ ਕਿ ਵੀ ਜਿਹੜਾ ਗਰੂਰ ਦਾ ਇਲਾਜ ਹੈ ਉਹ ਇਲਮ ਹੈ, ਲੇਕਿਨ ਜਿਹੜਾ ਗਰੂਰ ਇਲਮ ਨਾਲ ਪੈਦਾ ਹੁੰਦਾ ਹੈ ਲੋਕਾਂ 'ਚ, ਉਹਦਾ ਕੋਈ ਇਲਾਜ ਤੇ ਇੱਥੇ ਉਹ ਹੀ ਜਾਂਦਾ ਅੱਗੇ ਚਲੋ ਜੀ। ਪੜ ਪੜ ਮੁੱਲਾ ਹੋਏ ਕਾਜ਼ੀ, ਅੱਲਾ ਇਲਮਾਂ ਬਾਝੋਂ ਰਾਜ਼ੀ, ਹੋਵੇ ਹੋਵੇ ਹਿਰਸ ਹੋਵੇ ਹਿਰਸ ਦਿਨੋਂ ਦਿਨ ਤਾਜ਼ੀ, ਤੈਨੂੰ ਕੀਤਾ ਹਿਰਸ ਖਵਾਰ, ਇਲਮੋਂ ਬਸ ਕਰੀ ਯਾਰ। ਪੜ ਪੜ ਮੁੱਲਾ ਹੋਏ ਕਾਜ਼ੀ। ਅੱਛਾ, ਇਹ ਜਿਹੜੇ ਮਦਰਸਿਆਂ ਦੇ ਵਿੱਚ ਜਿਹੜੇ ਇਹ ਮੁੱਲਾਂ ਜਿਹੜੇ ਨੇ ਇਹ ਐਜੂਕੇਸ਼ਨ ਲੈਂਦੇ ਨੇ, ਤੇ ਇਹਨਾਂ ਦਾ ਹਾਈਐਸਟ ਜਿਹੜਾ ਅਚੀਵਮੈਂਟ ਹੁੰਦੀ ਹੈ ਉਹ ਕਾਜ਼ੀ ਬਣਨਾ ਹੁੰਦਾ ਹੈ। ਕਾਜ਼ੀ ਦਾ ਮਤਲਬ ਕਾਜ਼ੀ ਦੇ ਮੁੱਲਾਂ ਤੇ ਜਿਹੜਾ ਉਹ ਸਿਰਫ ਨਮਾਜ਼ ਪੜ੍ਹਾਉਂਦਾ ਹੈ ਨਾ, ਤੇ ਉਹ ਲੋਕਾਂ ਕੋਲੋਂ ਲੈ ਖਾ ਲੈਂਦਾ ਹੈ, ਲੇਕਿਨ ਕਾਜ਼ੀ ਜਿਹੜਾ ਉਹ ਤਾਂ ਰੈਵਨਿਊ ਅਫਸਰ ਵੀ ਹੁੰਦਾ ਹੈ, ਜੱਜ ਵੀ ਹੁੰਦਾ ਹੈ, ਤੇ ਉਹ ਤੇ ਅਫਸਰ ਹੋ ਜਾਂਦਾ ਫਿਰ। ਤੇ ਜਿਹੜੇ ਮੁੱਲਾਂ ਨੇ ਇਹ ਪੜ੍ਹ ਕੇ ਇਹ ਕਾਜ਼ੀ ਦੇ ਦਰਜੇ ਤੱਕ ਪਹੁੰਚ ਜਾਂਦੇ ਨੇ। ਅੱਲਾ ਇਲਮਾਂ ਬਾਝੋਂ ਰਾਜ਼ੀ, ਅੱਲਾ ਜਿਹੜਾ ਹੈ ਉਹਨੂੰ ਰਾਜ਼ੀ ਕਰਨ ਲਈ ਇਲਮ ਨਹੀਂ ਚਾਹੀਦਾ। ਹੋਵੇ ਹਿਰਸ ਦਿਨੋਂ ਦਿਨ ਤਾਜ਼ੀ, ਹਿਰਸ ਦਾ ਮਤਲਬ ਹੈ ਗਰੀਡ, ਤੇਰੀ ਗਰੀਡ ਜਿਹੜੀ ਹੈ ਹਰ ਦਿਨ ਦੇ ਨਾਲ ਤਾਜ਼ਾ ਹੋ ਜਾਂਦੀ ਹੈ, ਹੋਰ ਵੱਧ ਜਾਂਦੀ ਹੈ। ਤੈਨੂੰ ਕੀਤਾ ਹਿਰਸ ਖਵਾਰ, ਤੇ ਤੈਨੂੰ ਇਸ ਜਿਹੜਾ ਲਾਲਚ ਹੈ, ਜਿਹੜੀ ਗਰੀਡ ਹੈ, ਉਹਨੇ ਵੀ ਖਵਾਰ ਕੀਤਾ ਹੈ, ਤੇ ਇਲਮੋਂ ਬਾਸ ਕਰੀਏਗਾ। ਪੜ ਪੜ ਮਸਲੇ ਰੋਜ਼ ਸੁਣਾਵੇਂ, ਖਾਣਾ ਸ਼ੱਕ ਸ਼ੁਬੇ ਦਾ ਖਾਵੇਂ, ਦੱਸੇ ਹੋਰ ਤੇ ਹੋਰ ਕਮਾਵੇਂ, ਅੰਦਰ ਖੋਟ ਬਾਹਰ ਸਚਿਆਰ, ਇਲਮੋਂ ਬਸ ਕਰੀਏਗਾ। ਪੜ ਪੜ ਮਸਲੇ ਰੋਜ਼ ਸੁਣਾਵੇਂ, ਤੂੰ ਲੋਕਾਂ ਨੂੰ ਜਿਹੜੇ ਰਿਲੀਜੀਅਸ ਐਡਿਕਟਸ ਨੇ ਉਹ ਰੋਜ਼ ਰੋਜ਼ ਪੜ੍ਹ ਕੇ ਤੇ ਸੁਣਾਉਣਾ ਹੈ। ਖਾਣਾ ਸ਼ੱਕ ਸ਼ੁਬੇ ਦਾ ਖਾਣਾ, ਲੇਕਿਨ ਜਿਹੜੀ ਤੂੰ ਇਨਟੇਕ ਹੈ ਤੇਰੀ ਜਿਹੜੀ ਫੂਡ ਹੈ ਜਾਂ ਜਿਹੜੀ ਤੂੰ ਖਾਣਾ ਹੈ ਉਹ ਡਾਊਟਫੁਲ ਹੈ, ਉਹਦਾ ਇਹ ਨਹੀਂ ਪਤਾ ਕਿ ਉਹ ਤੂੰ ਉਹ ਜੈਨੂਅਨ ਹੈ ਕਿ ਉਹਦਾ ਸੋਚ ਜਿਹੜਾ ਹੈਗਾ ਉਹ ਭੈੜਾ ਹੈਗਾ, ਬੁਰਾਈ ਹੈਗੀ ਹੈ। ਖਾਣਾ ਸ਼ੱਕ ਸ਼ੁਬੇ ਦਾ ਖਾਣਾ, ਦੱਸੇ ਹੋਰ ਤੇ ਹੋਰ ਕਮਾ, ਕਿਉਂ? ਉਹਦੀ ਵਜ੍ਹਾ ਇਹ ਹੈ ਕਿ ਤੂੰ ਲੋਕਾਂ ਨੂੰ ਦੱਸਣਾ ਤੇ ਹੋਰ ਕੁਛ ਹੈ ਕਿ ਮਤਲਬ ਅੱਲਾ ਤੋਂ ਇਲਾਵਾ ਕਿਸੇ ਨੂੰ ਪਿੱਛੇ ਨਹੀਂ ਲੱਗਣਾ ਚਾਹੀਦਾ ਜਾਂ ਕਿਸੇ ਦੀ ਸਮਾਂ ਨਹੀਂ ਰੱਖਣੀ ਚਾਹੀਦੀ, ਤੇ ਕਰਨਾ ਤੂੰ ਹੋਰ ਹੈ, ਤੇ ਤੈਨੂੰ ਹਰ ਵੇਲੇ ਲਾਲਚ ਰਹਿੰਦਾ ਚੀਜ਼ਾਂ ਇਕੱਠੀਆਂ ਕਰਨ ਦਾ। ਅੰਦਰ ਖੋਟ ਬਾਹਰ ਸਚਿਆਰ, ਤੇਰੇ ਅੰਦਰ ਖੋਟ ਹੈ ਤੇ ਬਾਹਰੋਂ ਤੂੰ ਆਪਣੇ ਆਪ ਨੂੰ ਸਚਾਇਆ। ਚਲੋ ਜੀ ਅੱਗੇ ਚਲੋ। ਪੜ ਪੜ ਇਲਮ ਨਜੂਮ ਵਿਚਾਰੇ, ਜਿੰਦਾ ਰਾਸਾਂ ਬੁਰਜਾਂ ਤਾਰੇ, ਪੜੇ ਅਜ਼ੀਮ ਤਾਂ ਮੰਤਰ ਝਾੜੇ, ਅਬਜਦ ਗਿਣੇ ਤਵੀਜ਼ ਸ਼ੁਮਾਰ, ਇਲਮੋਂ ਬਾਸ ਕਰੀਏਗਾ। ਅੱਛਾ ਜੀ, ਇਹਦੇ ਵਿੱਚ ਹੁਣ ਬੁੱਲੇ ਸ਼ਾਹ ਜਿਹੜੇ ਨੇ ਇਹ ਆਪਣਾ ਮੁੱਲਾਂ ਤੋਂ ਇਲਾਵਾ ਜਿਹੜੀ ਮਜ਼ਹਬੀ ਇਸਟੈਬਲਿਸ਼ਮੈਂਟ ਹੈ ਉਹਦੇ ਦੂਜਿਆਂ ਹਿੱਸਿਆਂ ਦੀ ਗੱਲ ਕਰ ਰਹੇ। ਮਿਸਾਲ ਦੇ ਤੌਰ ਦੇ ਉੱਤੇ ਜਿਹੜੇ ਐਸਟ੍ਰੋਲੋਜੀ ਨੂੰ ਪ੍ਰੈਕਟਿਸ ਕਰਦੇ ਨੇ, ਤੇ ਉਹ ਤਾਰਿਆਂ ਦਾ ਤੇ ਚੰਦ ਸੂਰਜ ਦਾ ਹਿਸਾਬ ਲਾ ਕੇ ਕਿਸਮਤ ਤੁਹਾਡੀ ਦੱਸਦੇ ਨੇ। ਤੇ ਤੂੰ ਪੜ ਪੜ ਇਲਮ ਨਜੂਮ ਵਿਚਾਰੇ, ਕਿਉਂਕਿ ਪੜ ਪੜ ਕੇ ਜਿਹੜਾ ਨਜੂਮ ਹੈ, ਨਜੂਮ ਦਾ ਮਤਲਬ ਹੁੰਦਾ ਹੈ ਫਾਰਚੂਨ ਟੈਲਰ, ਫਾਰਚੂਨ ਟੈਲਿੰਗ, ਇਹ ਨਜੂਮ ਦਾ ਮਤਲਬ ਹੈ। ਮਤਲਬ ਜਿਹੜੀ ਚੀਜ਼ ਆਮ ਬੰਦੇ ਨੂੰ ਨਹੀਂ ਨਜ਼ਰ ਆ ਰਹੀ ਉਹ ਨਜੂਮ ਵਾਲੀ ਨਜ਼ਰ ਆਉਂਦੀ ਹੈ। ਵਿਚਾਰੇ ਦਾ ਮਤਲਬ ਸੋਚੋ, ਗਿਣਦਾ ਰਾਸਾਂ ਬੁਰਜਾਂ ਤਾਰੇ, ਤੇ ਤੂੰ ਗਿਣਨਾ ਕਿ ਕਿੰਨੀਆਂ ਰਾਸਾਂ ਨੇ
ਕਿੰਨੇ ਪਾਸੇ ਨੇ ਤੇ ਕਿੰਨੇ ਬੁਰਜ ਨੇ ਤੇ ਕਿੰਨੇ ਤਾਰੇ ਨੇ, ਇਹ ਸਾਰੀ ਟਰਮੀਨੋਲੋਜੀ ਜਿਹੜੀ ਹੈ ਇਹ ਫਾਰਚੂਨ ਟੈਲਰ ਦੀ ਹੈ, ਐਸਟ੍ਰੋਨੋਮੀ ਜਿਹੜੇ ਕਰਦੇ ਨੇ ਨਾ ਉਹਨਾਂ ਦੀ ਹੈ। ਐਸਟ੍ਰੋਲੋਜਰਸ ਜੀ ਜੀ ਜੀ, ਇਹ ਉਹਨਾਂ ਦੀ ਸਾਰੀ ਟਰਮੀਨੋਲੋਜੀ ਹੈ ਨਾ, ਕਿ ਅਗਰ ਕਹਿੰਦੇ ਨਾ ਜੀ ਅਗਰ ਚੰਦ ਇੱਥੇ ਹੋਏਗਾ ਤੇ ਸਿਤਾਰੇ ਇੱਥੇ ਹੋਣਗੇ ਤੇ ਇਸ ਵੇਲੇ ਤੁਹਾਡੇ ਨਾਲ ਇਹ ਹੋਏਗਾ। ਉਹ ਜਿਹੜਾ ਹਰ ਬੰਦਾ ਕਹਿੰਦਾ ਜੀ ਮੈਂ ਫਲਾਣੇ ਮੇਰਾ ਸਿਤਾਰਾ ਫਲਾਣਾ ਹੈ, ਇਹ ਉਹਦੇ ਵਾਲਾ ਸਿਤਾਰਾ ਹੋ ਗਿਆ ਨਾ। ਬੜੇ ਅਜ਼ੀਮਤਾਂ ਮੰਤਰ ਜਾੜੇ, ਅਜ਼ੀਮਤਾਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਹੈ ਉਹ ਦੁਆ ਹੁੰਦੀ ਹੈ ਜਿਹੜੀ ਮੁਸਲਮਾਨ ਪੜ੍ਹਦੇ ਨੇ। ਮੰਤਰ ਝਾੜੇ ਤੇ ਮੰਤਰ ਝਾੜਨਾ ਇਹਦਾ ਮਤਲਬ ਹੈ ਮੰਤਰ ਝਾੜਨ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਇਹ ਵੀ ਨਜ਼ਰ ਆਉਂਦਾ ਹੈ ਕਿ ਇਹ ਸਿਰਫ ਮੁਸਲਮਾਨਾਂ ਦੀ ਗੱਲ ਨਹੀਂ ਹੋ ਰਹੀ, ਇਹ ਹੋਰਾਂ ਦੀ ਵੀ ਹੋ ਰਹੀ ਹੈ ਜਿਹੜੀ ਮੰਤਰ ਝਾੜਦੇ ਨੇ। ਅਬਜਦ ਗਿਣੇ ਤਵੀਜ਼ ਸ਼ੁਮਾਰ, ਅਬਜਦ ਦਾ ਮਤਲਬ ਹੁੰਦਾ ਹੈ ਅਲਫਾਬੈਟ। ਇਹ ਜਿਹੜੇ ਆਪਣਾ ਇਹ ਇਲਮ ਨਜੂਮ ਵਾਲੇ ਤੇ ਇਹ ਜਿਹੜੇ ਸਾਰੇ ਨੇ ਨਾ, ਇਹ ਜਦੋਂ ਤਾਵੀਜ਼ ਲਿਖਦੇ ਨੇ, ਤਾਵੀਜ਼ ਤੁਹਾਨੂੰ ਪਤਾ ਨਾ ਕੀ ਹੁੰਦਾ? ਹਾਂਜੀ ਅੱਛਾ, ਇਹ ਜਦੋਂ ਤਾਵੀਜ਼ ਲਿਖਦੇ ਨੇ ਨਾ ਤੇ ਮੈਂ ਉਹ ਲਿਖਦੇ ਹੋਏ ਤਾਵੀਜ਼ ਦੇਖੇ ਨੇ ਬਹੁਤ, ਮੇਰੇ ਸਾਹਮਣੇ ਹੀ ਲਿਖਦੇ ਨੇ ਤੇ ਉਹਨਾਂ ਨੂੰ ਵੈਸੇ ਲਿਖ ਕੇ ਦੇਖਦੇ ਨੇ। ਉਹਦੇ ਵਿੱਚ ਮੁਖਤਲਿਫ ਖਾਨੇ ਬਣਾਏ ਜਾਂਦੇ ਨੇ ਕਾਗਜ਼ ਦੇ ਉੱਤੇ ਤੇ ਹਰ ਖਾਨੇ ਵਿੱਚ ਕੋਈ ਅਲਫਾਬੈਟ ਲਿਖਿਆ ਜਾਂਦਾ ਔਰ ਮੰਨਿਆ ਇਹ ਜਾਂਦਾ ਹੈ ਕਿ ਜੇ ਇਸ ਕੰਬੀਨੇਸ਼ਨ ਦੇ ਵਿੱਚ ਅਲਫਾਬੈਟਸ ਲਿਖੇ ਹੋਣ ਤੇ ਉਹਨਾਂ ਦਾ ਤੁਹਾਡੇ ਫਿਊਚਰ ਤੇ ਅੱਛਾ ਅਸਰ ਹੋਵੇਗਾ ਜਾਂ ਤੁਹਾਡੀ ਜਿਹੜੀ ਮੁਰਾਦ ਹੈ ਪੂਰੀ ਹੋ ਜਾਏਗੀ। ਇਹ ਹੈਗਾ ਅਬਜਦ ਗਿਣੇ ਤਵੀਜ਼ ਸ਼ੁਮਾਰ। ਉਹਦੇ ਵਿੱਚ ਆਪਣਾ ਅਲਫਾਬੈਟਸ ਵੀ ਹੁੰਦੇ ਨੇ ਤੇ ਉਹਦੇ ਵਿੱਚ ਸ਼ੁਮਾਰ ਨੰਬਰ ਵੀ ਹੁੰਦੇ। ਇਲਮੋਂ ਬਸ ਕਰੀਓ ਯਾਰ, ਇਹ ਅਗਲਾ ਜਿਹੜਾ ਬਣਦਾ ਹੈ ਬਹੁਤ ਦਿਲਚਸਪ ਹੈ ਮੇਰੇ ਵਾਸਤੇ। ਇਲਮੋਂ ਪਏ ਤਜ਼ਈਏ ਹੋਰ, ਅੱਖੀ ਵਾਲੇ ਅੰਨੇ ਹੋਰ, ਫੜਦੇ ਸਾਥ ਤੇ ਛੱਡਦੇ ਚੋਰ, ਦੋਵੇਂ ਜਹਾਨੀ ਹੋਇਆ ਖਾਰ, ਇਲਮੋਂ ਬਸ ਕਰੀਓ ਯਾਰ। ਹੁਣ ਇੱਥੇ ਉਹ ਕਹਿ ਰਹੇ ਨੇ ਕਿ ਇਲਮ ਦੇ ਨਾਲ ਇਲਮ ਪੜ੍ਹਨਾ ਚੰਗਾ ਜਾਂ ਭੈੜਾ ਹੈ, ਲੇਕਿਨ ਇਲਮ ਪੜ੍ਹਨ ਦੇ ਨਾਲ ਹੋਰ ਕਈ ਤਰ੍ਹਾਂ ਦੀਆਂ ਝਗੜੇ ਸ਼ੁਰੂ ਹੋ ਜਾਂਦੇ ਨੇ। ਤਜ਼ਈਏ ਮਤਲਬ ਮੁਸੀਬਤਾਂ, ਝਗੜੇ। ਇਹ ਮੈਂ ਤੁਹਾਨੂੰ ਇਹਦੀ ਮਿਸਾਲ ਦੱਸਣਾ, ਮਤਲਬ ਇਹ ਹੈ ਕਿ ਮੇਰੀ ਆਪਣੀ ਥਿਊਰੀ ਇਹ ਹੈਗੀ ਹੈ, ਥਿਊਰੀ ਨਹੀਂ ਕਹਿਣਾ ਚਾਹੀਦਾ, ਮੇਰੀ ਆਬਜ਼ਰਵੇਸ਼ਨ ਹੈਗੀ ਹੈ ਕਿ ਪਿੰਡ ਜਿਹੜੇ ਜਿੱਥੇ ਲੋਕੀ ਮੋਸਟਲੀ ਇਲੀਟਰੇਟ ਸਨ, ਉਹਨਾਂ ਦੇ ਵਿੱਚ ਇੱਕ ਦੂਜੇ ਦੀ ਟੋਲਰੈਂਸ ਹੋ ਗਈ ਸੀ। ਅਸੀਂ ਤੇ ਖੈਰ ਸਿੱਖਾਂ ਦੇ ਨਾਲ ਰਹੇ ਨਹੀਂ, ਲੇਕਿਨ ਸਾਡੀ ਜਿਹੜੀ ਸਾਡੇ ਹਾਂ ਜਿਹੜੀ ਤਫਰੀਕ ਸੀ ਜਾਂ ਡਿਵੀਜ਼ਨ ਸੀ ਉਹ ਸ਼ੀਆ ਸੁਨੀ ਸੀ। ਸ਼ੀਆ ਸੁਨੀ ਆਪਣਾ MG ਵਗੈਰਾ ਇਹ ਜਿਹੜੇ ਫਿਰਕੇ ਨੇ। ਤੇ ਸੰਨ 70 ਤੋਂ ਪਹਿਲੇ ਜਦੋਂ ਅਜੇ ਤੱਕ ਅਰਬਨਾਈਜੇਸ਼ਨ ਨਹੀਂ ਸੀ ਹੋਈ ਔਰ ਲਿਟਰੇਸੀ ਵਧੀ ਨਹੀਂ ਸੀ, ਤੇ ਸਾਰੇ ਇੱਕ ਦੂਜੇ ਨੂੰ ਟੋਲਰੇਟ ਕਰਦੇ ਸਨ, ਫੈਸਿਲੀਟੇਟ ਕਰਦੇ। ਇਹ ਜਿਉਂ ਸਕੂਲਿੰਗ ਬੜੀ ਹੈ, ਅਰਬਨਾਈਜੇਸ਼ਨ ਹੋਈ ਹੈ, ਤਿਵੇਂ ਹੁਣ ਤੁਸੀਂ ਦੇਖੋ ਕਿ ਜਿਹੜੇ ਰਾਇਟਸ ਨੇ ਪਾਕਿਸਤਾਨ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਹਿੰਦੂ ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਮਾਰ ਰਹੇ ਨੇ, ਤੇ ਪਾਕਿਸਤਾਨ ਦੇ ਵਿੱਚ ਸੁੰਨੀ ਸ਼ੀਆ ਨੂੰ ਮਾਰਦੇ ਨੇ, ਸ਼ੀਆ ਸੁੰਨੀਆਂ ਨੂੰ ਮਾਰਦੇ ਨੇ। ਗੱਲ ਉਹੀ ਹੈਗੀ ਹੈ, ਮਤਲਬ ਇਹ ਹੈ ਕਿ ਨਾਂ ਬਦਲ ਗਏ ਨੇ। ਅੱਖੀ ਵਾਲੇ ਅੰਨੇ ਕੋਲ, ਇਹ ਬਜ਼ਾਰ ਉਹ ਲੋਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਇਹਨਾਂ ਦੀਆਂ ਅੱਖਾਂ ਹਨ, ਇਹ ਦੇਖ ਸਕਦੇ ਨੇ, ਇਹ ਬਿਲਕੁਲ ਹੀ ਅੰਨੇ ਕੋਰ ਦਾ ਮਤਲਬ ਅੰਨਾ ਹੀ ਹੁੰਦਾ। ਇਹ ਬਿਲਕੁਲ ਅੰਨੇ ਨੇ, ਕੰਪਲੀਟਲੀ ਐਬਸੋਲੂਟ ਅੰਨੇ ਨੇ। ਫੜਦੇ ਸਾਥ ਤੇ ਛੱਡਦੇ ਚੋਰ। ਸਾਧ ਉਹ ਹੁੰਦਾ ਹੈ ਜਿਹਦੀ ਗਲਤੀ ਕੋਈ ਨਾ ਹੋਵੇ, ਤੇ ਚੋਰ ਜਿਹਨੇ ਚੋਰੀ ਕੀਤੀ। ਚੋਰ ਦਾ ਉਲਟ ਜਿਹੜਾ ਪੰਜਾਬੀ ਚ ਉਹ ਸਾਧ। ਇਹ ਸਾਧ ਨੂੰ ਫੜ ਲੈਂਦੇ ਨੇ, ਜਿਹੜਾ ਸਾਫ਼ ਆਦਮੀ ਹੈ
ਤੇ ਚੋਰ ਨੂੰ ਛੱਡ ਦਿੰਦੇ ਨੇ। ਇਹ ਇਲਮ ਦੇ ਨਾਲ ਜਿਹੜੇ ਇਹਨਾਂ ਨੇ ਜਿਹੜੇ ਪੁਆੜੇ ਪਏ ਨੇ ਉਹਦੀ ਵਜ੍ਹਾ ਤੋਂ ਇਹ ਹੋਇਆ। ਕਿ ਸਾਧ ਨੂੰ ਫੜ ਲੈਂਦੇ ਨੇ ਤੇ ਚੋਰ ਨੂੰ ਛੱਡ ਦਿੰਦੇ ਨੇ। ਹੁਣ ਦੇਖੋ ਨਾ, ਗੱਲ ਇਹ ਹੈਗੀ ਹੈ ਕਿ ਜਿਹੜੀ ਇਹ ਬਾਦਸ਼ਾਹਾਂ ਦੇ ਖਿਲਾਫ ਬਗਾਵਤਾਂ ਹੁੰਦੀਆਂ ਸੀ, ਰਿਬੈਲੀਅਨ ਹੁੰਦੀਆਂ ਸਨ, ਉਹਨਾਂ ਵਿੱਚ ਚੋਰ ਕੌਣ ਸੀ ਤੇ ਸਾਧ ਕੌਣ ਸੀ? ਚੋਰ ਤੇ ਬਾਦਸ਼ਾਹ ਸਨ, ਤੇ ਜਿਹੜੀ ਉਹਨਾਂ ਦੇ ਤੋਂ ਇਨਸਾਫ ਹੋਣ ਦੀ ਕੋਸ਼ਿਸ਼ ਕਰਦੇ ਸਨ ਸਾਧ ਉਹ ਸਨ। ਤੇ ਇਹ ਜਿਹੜੇ ਮੁੱਲਾ ਕਾਜ਼ੀ ਨੇ ਇਹ ਤੇ ਬਾਦਸ਼ਾਹ ਨੂੰ ਠੀਕ ਸਮਝਦੇ ਸਨ ਨਾ, ਤੇ ਜਿਹੜਾ ਬਾਦਸ਼ਾਹ ਦੀ ਮੁਖਾਲਫਤ ਕਰਦਾ ਸੀ ਉਹਨੂੰ ਇਹ ਭੀਖਾ ਕਰਦੇ ਸਨ, ਉਹਨੂੰ ਫਾਂਸੀ ਦਿੰਦੇ ਸਨ। ਤੇ ਇਸ ਬੰਦ ਨੂੰ ਇੰਝ ਸਮਝੋ ਕਿ ਇਲਮੋਂ ਪਏ ਕਜ਼ਈਏ ਹੋਰ, ਅਗਰ ਮਤਲਬ ਬੰਦਾ ਬਿਲਕੁਲ ਹੀ ਅਨਪੜ੍ਹ ਹੁੰਦਾ ਤੇ ਸ਼ਾਇਦ ਇਨਸਾਫ ਪੜ ਸਕਦਾ, ਲੇਕਿਨ ਇਹ ਪੜ੍ਹਿਆ ਲਿਖਿਆ ਜਿਹੜਾ ਮੁੱਲਾ ਕਾਜ਼ੀ ਹੈ ਇਹ ਨਹੀਂ ਪਤਾ। ਅੱਗੇ ਚਲੋ ਜੀ। ਬਹੁਤਾ ਇਲਮ ਅਜ਼ਾਜ਼ੀਲ ਨੇ ਪੜ੍ਹਿਆ, ਜੁੱਗਾ ਜਾਹਾ ਉਸ ਦਾ ਸੜਿਆ, ਗਲ ਵਿੱਚ ਤੌਕ ਲਾਨਤ ਦਾ ਪੜਿਆ, ਆਖਰ ਗਿਆ ਉਹ ਬਾਜ਼ੀ ਹਾਰ, ਇਲਮੋਂ ਬਸ ਕਰੀ ਗਿਆ। ਬਹੁਤਾ ਇਲਮ ਅਜ਼ਾਜ਼ੀਲ ਨੇ ਪੜ੍ਹਿਆ। ਅਜ਼ਾਜ਼ੀਲ ਜਿਹੜਾ ਹੈ ਉਹ ਖੁਦਾ ਦੇ ਚਾਰ ਜਿਹੜੇ ਫਰਿਸ਼ਤੇ ਨੇ ਉਹਨਾਂ ਵਿੱਚੋਂ ਸਭ ਤੋਂ ਜਿਹੜਾ ਸੀਨੀਅਰ ਸੀ ਉਹ ਅਜ਼ਾਜ਼ੀਲ, ਤੇ ਫਿਰ ਉਹ ਸਭ ਤੋਂ ਉਹਨਾਂ ਵਿੱਚੋਂ ਪੜ੍ਹਿਆ ਉਹ ਕਾਲਲੀ ਸਭ ਤੋਂ ਵੱਧ ਉਹ ਸੀ, ਯਾਨੀ ਸਭ ਤੋਂ ਬਹੁਤਾ ਇਲਮ ਅਜ਼ਾਜ਼ੀਲ ਨੇ ਪੜ੍ਹਿਆ। ਲੇਕਿਨ ਉਹ ਜਦੋਂ ਜਿਹੜੀ ਮਿੱਥ ਹੈ ਉਹ ਤੇ ਹੈ ਨਾ ਕਿ ਜਦੋਂ ਖੁਦਾ ਨੇ ਇਨਸਾਨ ਨੂੰ ਪੈਦਾ ਕੀਤਾ ਤੇ ਫਰਿਸ਼ਤਿਆਂ ਨੂੰ ਕਿਹਾ ਕਿ ਇਹਨੂੰ ਸਲਾਮ ਕਰੋ, ਤੇ ਅਜ਼ਾਜ਼ੀਲ ਨੇ ਕਿਹਾ ਜਿਹੜਾ ਜਿਹਨੂੰ ਅੱਜ ਹੁਣ ਸ਼ੈਤਾਨ ਜਾਂ ਡੈਵਿਲ ਕਹਿੰਦੇ ਨੇ, ਉਹਨੇ ਕਿਹਾ ਜੀ ਇਹ ਮਿੱਟੀ ਦੀ ਚੀਜ਼ ਹੈ, ਮੈਂ ਇਹਨੂੰ ਕਿਉਂ ਕਰਾਂ, ਇਹ ਘਟੀਆ ਚੀਜ਼ ਹੈ, ਤੇ ਮੈਂ ਤੇ ਨਾਰੀ ਹਾਂ, ਅੱਗ ਤੋਂ ਬਣਿਆ, ਇਹ ਮਿੱਟੀ ਤੋਂ ਬਣਿਆ, ਇਹ ਮੇਰੇ ਤੋਂ ਘਟੀਆ, ਮੈਂ ਨਹੀਂ ਕਰ ਸਕਦਾ। ਫਿਰ ਉਹਨੇ ਕਿਹਾ ਇਹ ਜਿਹੜੀ ਤੂੰ ਬਣਾ ਰਿਹਾ ਬੰਦੇ ਇਹਨਾਂ ਨੇ ਬਹੁਤ ਫਤੂਰ ਕਰਨਾ ਦੁਨੀਆ 'ਚ ਜਾ ਕੇ, ਤੇ ਇਸ ਲਈ ਮੈਂ ਨਹੀਂ ਸਲਾਮ ਕਰਾਂਗਾ। ਤੇ ਉਹਨੂੰ ਫਿਰ ਕੱਢ ਦਿੱਤਾ ਗਿਆ ਜੰਨਤ ਤੋਂ, ਤੇ ਉਹਦੇ ਜਿੰਨੇ ਹੁਣ ਫੁੱਲ ਟਾਈਮ ਇਹ ਹੈ ਕਿ ਜਿਹੜੇ ਅੱਲਾ ਨੂੰ ਮੰਨਣ ਵਾਲੇ ਹੁੰਦੇ ਨੇ ਉਹਨਾਂ ਨੂੰ ਪੁੱਠੀ ਰਾਹ 'ਤੇ ਪਾਉਂਦਾ ਹੈ ਆਪਣੇ ਸ਼ੀਸ਼ੇ ਨੂੰ ਸਾਬਤ ਕਰਨ ਲਈ ਕਿ ਇਨਸਾਨ ਜਿਹੜਾ ਬੇਸਿਕਲੀ ਉਹ ਕਬਰ ਹੁੰਦਾ ਹੈ। ਆਖਿਰ ਗਿਆ ਉਹ ਬਾਜ਼ੀ ਹਾਰ, ਪਰ ਅਖੀਰ ਤੋਂ ਉਹਦੀ ਜਿਹੜੀ ਖੇਡ ਸੀ ਉਹ ਹਾਰ ਗਿਆ, ਤੇ ਉਹਨੂੰ ਜੰਨਤ ਤੋਂ ਕੱਢ ਦਿੱਤਾ। ਜਦ ਮੈਂ ਸਬਕ ਇਸ਼ਕ ਦਾ ਪੜ੍ਹਿਆ, ਦਰਿਆ ਵੇਖ ਇਬਾਦਤ ਦਾ ਵੜਿਆ। ਜਦੋਂ ਮੈਂ ਇਸ਼ਕ ਦਾ ਸਬਕ ਪੜ੍ਹਿਆ ਜਿੱਥੋਂ ਸ਼ੁਰੂ ਹੋਇਆ, ਦਰਿਆ ਵੇਖ ਇਬਾਦਤ ਦਾ ਵੜਿਆ, ਤੇ ਮੈਂ ਏਕਤਾ ਵਨਨੈਸ ਵੇਖ ਕੇ ਉਹਦੇ ਅੰਦਰ ਵੜ ਗਿਆ, ਉਸ ਇਬਾਦਤ ਦੇ ਅੰਦਰ, ਉਸ ਘੁੰਮਣ ਘੇਰਾਂ ਦੇ ਵਿੱਚ ਅੜਿਆ। ਇਹਦੇ ਵਿਚਕਾਰ ਬੜੇ ਮੈਨੂੰ ਪੇਸ਼ ਵੀ ਆਏ, ਪਰ ਮੈਂ ਉਹਦੇ ਵਿੱਚ ਡੁੱਬ ਗਿਆ। ਸ਼ਾਹ ਨਾ ਪਿਲਾਇਆ ਪਾਰ, ਮੇਰੇ ਪੀਰ ਨੇ ਮੈਨੂੰ ਪਾਰ ਲਾਤਾ, ਇਲਮੋਂ ਬਸ ਕਰਨੀ ਗਿਆ। ਅੱਛਾ ਜੀ, ਜੇ ਤੂੰ ਅੱਗੇ ਚਲੋ ਪਹਿਲਾਂ ਅੱਗੇ ਕਿਹੜੀ ਹੈ? अच्छा, बुल्ला राजी ना है सुन्नी आलम फाजल नाम, चलो हरे डॉक्टर साहब मेरा क्वेश्चन है ਇੱਥੇ। ਹਾਂਜੀ, ਅਸੀਂ ਕਹਿੰਦੇ ਆ ਕਿ ਜਿਹੜਾ ਨੌਲੇਜ ਹੈ ਉਹਦੀਆਂ ਪ੍ਰੋਬਲਮਸ ਵੀ ਬੜੀਆਂ ਹੈਗੀਆਂ। ਨੌਲੇਜ ਦੇ ਨਾਲ ਅਸੀਂ ਇਹ ਪ੍ਰੋਬਲਮ ਇਸ ਕਰਕੇ ਹੁੰਦੀਆਂ ਕਿ ਅਸੀਂ ਬਹੁਤ ਸੈਲਫਿਸ਼ ਹੋ ਜਾਂਦੇ ਆ, ਜਾਂ ਕਿ ਅਸੀਂ ਐਸਟੈਬਲਿਸ਼ਮੈਂਟ ਨੂੰ ਕੁਐਸਚਨ ਕਰਨ ਲੱਗ ਪੈਂਦੇ ਆ, ਉਸ ਕਰਕੇ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਦੇਖੋ ਜਿਹੜਾ ਬੇਸਿਕਲੀ ਤੇ ਜਿਹੜਾ ਸੁਸਾਇਟੀ ਨੂੰ ਚਲਾ ਰਹੇ ਨੇ ਉਹ ਤੇ ਐਸਟੈਬਲਿਸ਼ਮੈਂਟ ਉਹਨੂੰ ਕਹਿੰਦੇ ਨੇ ਨਾ, ਐਸਟੈਬਲਿਸ਼ਮੈਂਟ। ਹਾਂਜੀ, ਐਸਟੈਬਲਿਸ਼ਮੈਂਟ ਜਿਹੜਾ ਹੈ ਉਹ ਤੇ ਇਕਨੋਮਿਕ ਗਰੀਡ ਤੇ ਚੱਲ ਰਹੀ ਹੈ ਨਾ, ਠੀਕ ਹੈ ਨਾ।
ਤੇ ਠੀਕ ਹੈ। ਇਸ ਵਾਸਤੇ ਇਹਨਾਂ ਉਹ ਮਸਲਨ ਤੁਸੀਂ ਇਹਦੀ ਮਿਸਾਲ ਲਓ। ਮਿਸਾਲ ਦੇ ਤੌਰ ਤੇ ਜਿਹੜਾ ਇੱਕ ਲਾਇਰ ਹੈ, ਵਕੀਲ ਹੈ, ਠੀਕ ਹੈ ਨਾ, ਜਿਹੜਾ ਵਕੀਲ ਹੈ ਉਹਨੇ ਬੜੀਆਂ ਕਿਤਾਬਾਂ ਲਾ ਕੇ ਪੜ੍ਹੀਆਂ, ਠੀਕ, ਕਿਆ ਉਹ ਇਨਸਾਫ ਲਈ ਪੜ੍ਹਦਾ ਹੈ ਉਹਨਾਂ ਨੂੰ? ਨਹੀਂ, ਉਹ ਕਾਤਲ ਦੀ ਵਕਾਲਤ ਵੀ ਕਰਦਾ, ਉਹ ਝੂਠੇ ਦੀ ਵਕਾਲਤ ਵੀ ਕਰਦਾ। ਤੇ ਮਤਲਬ ਉਸ ਇਲਮ ਦੇ ਪੜ੍ਹਨ ਨਾਲ ਉਹ ਕੋਈ ਸਾਫ਼ ਬੰਦਾ ਨਹੀਂ ਹੋ ਗਿਆ, ਉਹਦੇ ਅੰਦਰ ਉਹਦੀ ਗੰਦ ਹੈ। ਉਹ ਅੱਛਾ ਜੀ। ਤੁਸੀਂ ਇਸੇ ਤਰ੍ਹਾਂ ਦੂਜੇ ਆਪਣਾ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਨੂੰ ਲੈ ਲਓ ਕਿ ਲੋਕੀ ਜਿਹੜੇ ਨੇ ਉਹ ਆਪਣੀ ਰੋਟੀ ਟੁੱਕਰ ਖਾਣ ਲਈ ਬਣਾਉਂਦੇ ਨੇ, ਪੜ੍ਹਦੇ ਨੇ, ਤੇ ਉਹਨਾਂ ਦੇ ਇਨਸਾਨ ਹੋਣ ਦੇ ਉੱਤੇ ਕੋਈ ਅਸਰ ਨਹੀਂ। ਹੁਣ ਦੇਖੋ ਨਾ ਜੀ, ਅਮਰੀਕਾ ਦੇ ਵਿੱਚ ਤਕਰੀਬਨ 50% ਬੰਦਾ ਸਾਇੰਸ ਨੂੰ ਨਹੀਂ ਮੰਨਦਾ। ਕਹਿੰਦੇ ਆ ਕਿ ਇਹ ਜਿਹੜੀ ਵੈਕਸੀਨੇਸ਼ਨ ਹੈ ਇਹ ਗਲਤ ਹੈਗੀ ਹੈ। ਨਾਲ ਮਰ ਵੀ ਰਹੇ ਨੇ, ਮਰਦਿਆਂ ਵੇਖ ਵੀ ਰਹੇ ਨੇ, ਫਿਰ ਵੀ ਨਹੀਂ ਯਕੀਨ ਕਰ ਰਹੇ। ਤੇ ਉਹ ਜਿਹੜੇ ਯਕੀਨ ਨਹੀਂ ਕਰ ਰਹੇ ਵੈਕਸੀਨੇਸ਼ਨ ਜਾਂ ਸਾਇੰਸ ਦੇ ਉੱਤੇ, ਉਹ ਅਨਪੜ੍ਹ ਥੋੜੇ ਨੇ, ਉਹ ਵੀ ਤਾਂ ਪੜ੍ਹੇ ਲਿਖੇ ਨੇ ਨਾ। ਇਸ ਮੁਲਕ ਦੇ ਵਿੱਚ ਹਾਈ ਸਕੂਲ ਤੱਕ ਜਿਹੜੀ ਐਜੂਕੇਸ਼ਨ ਹੈ ਉਹ ਕੰਪਲਸਰੀ ਹੈ। ਇਹਦਾ ਮਤਲਬ 100% ਲਿਟਰੇਟ ਨੇ ਉਹ। ਇਹਨੂੰ ਇਸ ਤਰ੍ਹਾਂ ਸੋਚੋ ਨਾ। ਅੱਗੇ ਕਿਹੜੀ ਕਾਫੀ? ਹਾਂਜੀ, ਅੱਗੇ ਕਿਹੜੀ ਹੈ? ਇਸ ਤੋਂ ਅੱਗੇ नहीं है। हाँ, मेरा खत्म हो गई है। हाँ, बस बहुत सी ऐसी कहानियां पढ़ ली हैं। तो बाकी ਤੁਸੀਂ ਇਹਦੇ ਤੋਂ ਜਿਹੜੀਆਂ ਨੇ ਪੜ੍ਹ ਕੇ ਕੋਈ ਸਵਾਲ ਹੋਵੇ ਤੇ ਮੇਰੇ ਕੋਲ ਕਰ ਲੈਣਾ। ਵੈਸੇ ਮੇਰਾ ਥੋੜਾ ਸਫੀਸ਼ੀਐਂਟ ਨੰਬਰ ਆਫ ਕਾਫੀ ਜਿਹੜੀਆਂ ਨੇ ਕੀਤੀਆਂ, ਔਰ ਅਗਰ ਇਹਨਾਂ ਨੂੰ ਤੁਸੀਂ ਇੱਕ ਵਾਰੀ ਦੁਬਾਰਾ ਪੜ੍ਹ ਲਓ ਔਰ ਦੁਬਾਰਾ ਉਹਨਾਂ ਦੇ ਉੱਤੇ ਗੌਰ ਕਰੋ, ਕੰਸਨਟਰੇਟ ਕਰੋ, ਤੇ ਤਾਂ ਉਹਦੀ ਗੱਲ ਬਣਦੀ ਹੈ। ਵਰਨਾ ਤੇ ਤੁਹਾਡਾ ਵੀ ਪੜ੍ਹਨ ਦਾ ਮਤਲਬ ਤੁਹਾਡਾ ਵੀ ਪੜ੍ਹਨਾ ਜਿਹੜਾ ਉਹ ਉਸ ਤਰ੍ਹਾਂ ਦਾ ਹੀ ਹੋਵੇਗਾ ਨਾ ਜਿਵੇਂ ਦਾ ਬੁੱਲੇ ਸੀਗਾ ਜਿਹਨੂੰ ਕੋਕ ਮਾਰ। ਠੀਕ ਹੈ ਜੀ, ਠੀਕ ਹੈ ਡਾਕਟਰ ਸਾਹਿਬ। ਬਹੁਤ ਵਧੀਆ ਡਾਕਟਰ ਸਾਹਿਬ। ਓਕੇ ਜੀ, ਫਿਰ ਰੱਬ ਰੱਖਾ। ਡਾਕਟਰ ਸਾਹਿਬ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਸੀ। ਹਾਂਜੀ।